ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਆ ਹਉ ਕਥੀ ਕਥੇ ਕਥ ਦੇਖਾਂ, ਮੈਂ ਅਕਥ ਨ ਕਥ ਨ ਜਾਈ। ਜੋ ਤੁਧ ਭਾਵੈ ਸੋਈ ਆਖਾਂ, ਤਿਲ ਤੇਰੀ ਵਡਿਆਈ। ਜਬ ਲੋ ਨਹੀਂ ਭਾਗ ਲਿਲਾਰੇ ਉਦੈ, ਤਬ ਲੋ ਭ੍ਰਮਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁਦਰ ਮੈਂ ਬੂਡਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕਉ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹੀਂ ਆਇਓ। ਤਰਨ ਗਗਨ ਨਵ ਖੰਡ ਮੈਂ ਹੈ, ਜੋਤ ਸਰੂਪੀ ਰਹਿਓ ਪਰ। ਪਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪਰਤਖ ਹਰ। ਸੁਆਮੀ ਸ਼ਹੀਦਨ ਕੇ ਸਿਰ ਤਾਜ, ਅਰਜਨ ਗੁਰੂ ਗਰੀਬ ਨਿਵਾਜ। ਗੁਰੂ ਗ੍ਰੰਥ ਜਿਨ ਕੀਓ ਜਹਾਜ, ਗੁਰ ਅਰਜਨ ਹਮ ਰਾਖਹੁ ਲਾਜ। ਪਤਿਤ ਪਾਵਨ ਭਗਤ ਵਛਲ, ਪਾਪ ਨਿਵਾਰਕ ਸਤਿਗੁਰੂ, ਗਰੀਬ ਨਿਵਾਜ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ। ਸਰਬੱਤ ਗੁਰੂ ਕੀ ਸੰਗਤ, ਗੁਰਸਿੱਖ ਮਾਈ ਭਾਈ, ਸ਼ਹੀਦਾਂ ਦੇ ਸਰਤਾਜ ਸਤਿਗੁਰੂ, ਬਾਣੀ ਕੇ ਬੋਹਿਤ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਦਿਹਾੜੇ ਨੂੰ ਮਨਾਉਣ ਵਾਸਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਕੱਤਰਿਤ ਰੂਪ ਵਿੱਚ ਬਿਰਾਜਮਾਨ ਹੋਏ ਹੋ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ। ਸਤਿਗੁਰੂ ਜੀ ਨੇ ਖੁੱਲੇ ਪੰਡਾਲ ਵਿੱਚ ਆ ਕੇ ਸੰਗਤਾਂ ਨੂੰ ਦਰਸ਼ਨ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਗਰੀਬ ਨਿਵਾਜ ਸਤਿਗੁਰੂ ਜੀ ਨੇ ਜਿੰਨਾ ਸਮਾਂ ਬਖਸ਼ਿਸ਼ ਕੀਤਾ, ਗੁਰ ਇਤਿਹਾਸ ਦੁਆਰਾ ਸਤਿਗੁਰੂ ਜੀ ਦੇ ਚਰਨਾਂ ਦੀ ਵਡਿਆਈ ਕਰਨ ਦੀ, ਸਤਿਗੁਰੂ ਦਾ ਜਸ ਕਰਨ ਦੀ ਕੋਸ਼ਿਸ਼ ਕਰਾਂਗੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਗੁਰ ਇਤਿਹਾਸ ਨੂੰ ਸੰਖੇਪ ਰੂਪ ਅੰਦਰ ਅਸਾਂ ਨੇ ਪੜ੍ਹਿਆ ਸੁਣਿਆ ਹੋਇਆ। ਮੈਂ ਇੱਧਰ ਉੱਧਰ ਦੀਆਂ ਗੱਲਾਂ ਨਾ ਕਰਕੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਕਾਰਨਾਂ ਦੀ ਪੜਚੋਲ ਸੰਬੰਧੀ ਕੁਝ ਇੱਕ ਬੇਨਤੀਆਂ ਕਰਕੇ ਸਮਾਪਤੀ ਕਰਾਂ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਪਣਾ ਜੀਵਨ ਲਿਖਿਆ। ਬਾਣੀ ਦਾ ਨਾਮ ਰੱਖਿਆ ਹੈ ਸ੍ਰੀ ਬਚਿੱਤਰ ਨਾਟਕ। ਬਾਣੀ ਦਾ ਨਾਮ ਸਤਿਗੁਰੂ ਨੇ ਰੱਖਿਆ ਬਚਿੱਤਰ ਨਾਟਕ। ਬਚਿੱਤਰ ਨਾਟਕ ਦੇ ਅੰਦਰ ਸਤਿਗੁਰੂ ਜੀ ਨੇ ਦੋ ਪੱਖਾਂ ਦੀ, ਦੋ ਧੜਿਆਂ ਦੀ ਗੱਲ ਕੀਤੀ ਹੈ। ਬਚਨ ਆਉਂਦਾ ਹੈ, ਬਾਬੇ ਕੇ ਬਾਬਰ ਕੇ ਦੋ, ਆਪ ਰਚੇ ਪਰਮੇਸ਼ਰ ਸੋਊ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਜਦੋਂ ਸਤਿਗੁਰੂ ਨੇ ਅਵਤਾਰ ਧਾਰਿਆ, ਉਸ ਵੇਲੇ ਦੋ ਧਿਰਾਂ ਨੇ। ਇੱਕ ਸੱਤਾ ਦੀ ਧਿਰ ਹੈ, ਇੱਕ ਸੱਚ ਦੀ ਧਿਰ ਹੈ। ਸੱਤਾ ਦੀ ਧਿਰ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਾਬਰ ਕੇ ਆਖਿਆ, ਸੱਚ ਦੀ ਧਿਰ ਨੂੰ ਬਾਬੇ ਕੇ ਆਖਿਆ। ਤੇ ਦੋ ਸ਼ਬਦ ਮਹਾਰਾਜ ਸਾਹਿਬ ਨੇ ਇਸ ਕਰਕੇ ਵਰਤਿਆ ਵੀ ਇਹ ਪਹਿਲੇ ਦਿਨ ਤੋਂ ਲਕੀਰ ਖਿੱਚੀ ਹੋਈ ਹੈ ਕਿ ਇਹ ਦੋ ਧਿਰਾਂ ਹਮੇਸ਼ਾ ਵੱਖ ਹੀ ਰਹੀਆਂ ਨੇ ਤੇ ਵੱਖ ਹੀ ਰਹਿਣਗੀਆਂ। ਇਹਨਾਂ 'ਚ ਏਕਤਾ ਨਹੀਂ ਕਦੀ ਆਏਗੀ। ਬਾਬਰ ਕੇ ਨੀਤੀ ਵਰਤਨ ਵਾਸਤੇ ਕਦੇ ਸਾਮ ਨੀਤੀ ਵਰਤਦੇ ਐ, ਗੁਰੂ ਘਰ ਵਿੱਚ ਆ ਕੇ ਸ਼ਰਨ ਪੈਂਦੇ ਐ। ਕਦੇ ਦਾਮ ਨੀਤੀ ਵਰਤਦੇ ਐ, ਗੁਰੂ ਘਰ ਵਿੱਚ ਆ ਕੇ ਵੱਡੀਆਂ ਵੱਡੀਆਂ ਜ਼ਗੀਰਾਂ ਭੇਟ ਕਰਕੇ ਗੁਰੂ ਕਿਆਂ ਨੂੰ ਖਰੀਦਣ ਦਾ ਜਾਂ ਨਿਵਾਉਣ ਦਾ ਯਤਨ ਕਰਦੇ ਐ। ਤੇ ਜੇ ਸਾਮ ਤੇ ਦਾਮ ਨੀਤੀ ਨੇ ਕੰਮ ਨਹੀਂ ਕੀਤਾ ਤੇ ਦੰਡ ਨੀਤੀ ਤੇ ਬਾਬਰ ਕੇ ਉਤਰ ਆਏ। ਦੰਡ ਦੇਣ ਦਾ ਵੀ ਹਰ ਯਤਨ ਉਹਨਾਂ ਨੇ ਕਰਕੇ ਵੇਖ ਲਿਆ, ਬਾਬੇ ਕਿਆਂ ਨੂੰ ਝੁਕਾ ਨਹੀਂ ਸਕੇ। ਇਹਨਾਂ ਦੋ ਪੰਕਤੀਆਂ ਦੇ ਉੱਤੇ ਸਾਡਾ ਸਾਰੇ ਦਾ ਸਾਰਾ ਇਤਿਹਾਸ ਮੁਸ਼ਤਮਿਲ ਹੈ। ਬਾਬੇ ਕਿਆਂ ਨੇ ਪਹਿਲੇ ਦਿਨ ਤੋਂ ਸੱਚ ਦਾ ਤੇ ਪ੍ਰੇਮ ਦਾ ਪ੍ਰਚਾਰ ਕੀਤਾ। ਬਾਬੇ ਕਿਆਂ ਨੇ ਪਿਆਰ ਨੂੰ ਅਪਣਾਇਆ ਹੈ। ਬਾਬਰ ਕਿਆਂ ਨੇ ਪਹਿਲੇ ਦਿਨ ਤੋਂ ਤਲਵਾਰ ਨੂੰ ਅਪਣਾਇਆ। ਬਾਬਰ ਦਾ ਵੱਡਾ ਵਡੇਰਾ ਤੈਮੂਰ ਲੰਗ ਹੋਇਆ ਬਾਦਸ਼ਾਹ। ਤੈਮੂਰ ਲੰਗ ਇੱਕ ਦਿਨ ਆਪਣੇ ਦਰਬਾਰ 'ਚ ਬੈਠਾ ਤੇ ਉਹਨੂੰ ਕਿਸੇ ਨੇ ਆ ਕੇ ਪੁੱਛਿਆ, ਤੇਰੀ ਜਾਤ ਗੋਤ ਕੀ ਹੈ? ਤੇ ਤੈਮੂਰ ਨੇ ਆਪਣੇ ਵੱਲੋਂ ਬੜੀ ਵਡਿਆਈ ਵਿੱਚ ਇਹ ਗੱਲ ਕਹੀ ਸੀ ਕਿ ਹਮੂ ਅਜ਼ ਸ਼ਮਸ਼ੀਰ, ਸ਼ਮਸ਼ੀਰ ਅਜ਼ ਸ਼ਮਸ਼ੀਰ। ਅਸੀਂ ਤਲਵਾਰਾਂ ਵਾਲੇ ਆ, ਤਲਵਾਰਾਂ ਵਾਲੇ ਆ ਤੇ ਤਲਵਾਰਾਂ ਵਾਲੇ ਰਵਾਂਗੇ। ਸਾਡੀਆਂ 7 ਪੀੜ੍ਹੀਆਂ ਨੇ ਪ੍ਰਜਾ ਦੇ ਉੱਤੇ ਤਲਵਾਰ ਦੇ ਜ਼ੋਰ ਨਾਲ ਰਾਜ ਕੀਤਾ ਹੈ ਤੇ ਅਸੀਂ ਤਲਵਾਰ ਦੇ ਜ਼ੋਰ ਨਾਲ ਹੀ ਦੁਨੀਆ ਦੇ ਉੱਤੇ ਕਾਬੂ ਰੱਖਣਾ ਹੈ। ਤੇ ਬਾਬੇ ਕਿਆਂ ਨੇ ਆਖਿਆ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨੇ ਪ੍ਰੇਮ ਕਰਨਾ ਸਿੱਖ ਲਿਆ, ਜਿਨੇ ਪਿਆਰ ਕਰਨਾ ਸਿੱਖ ਲਿਆ, ਦੁਨੀਆ ਤੱਕ ਹੀ ਉਹ ਰੱਬ ਨੂੰ ਵੀ ਪ੍ਰਾਪਤ ਕਰ ਲਏਗਾ। ਬਾਬੇ ਕਿਆਂ ਦਾ ਤੇ ਬਾਬਰ ਕਿਆਂ ਦਾ ਇਹ ਫਰਕ ਤਫਰਕਾ ਪਹਿਲਾਂ ਵਿਚਾਰਕ ਮਤਭੇਦ ਰਿਹਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ 1528 ਈਸਵੀ ਦੇ ਵਿੱਚ ਜਦੋਂ ਬਾਬਰ
ਏਮਨਾਬਾਦ ਦੀ ਧਰਤੀ ਨੂੰ ਆ ਕੇ ਤਹਿਸ ਨਹਿਸ ਕਰਦਾ ਹੈ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਬਰ ਨੂੰ ਮਿਲਦੇ ਤੇ ਬਾਬਰ ਨੂੰ ਜਾਬਰ ਕਹਿੰਦੇ ਐ। ਧੰਨ ਗੁਰੂ ਨਾਨਕ ਸਾਹਿਬ ਜੀ ਇਹ ਬਚਨ ਉਚਾਰਦੇ ਆ, ਬਾਬਰ ਬਾ ਹੈ ਸਤੋਸ਼ ਚੋਂ ਨਾ ਦੁਨੀਆਏ ਦੁਬਾਰਾ ਦਰਸ਼। ਬਾਬਰ ਜੇ ਚਾਹੁੰਦਾ ਦੁਨੀਆ ਦੇ ਵਿੱਚ ਵਾਰ-ਵਾਰ ਨਾ ਭਟਕਣਾ ਪਵੇ, ਹੋਸ਼ ਵਾਲੇ ਕੰਮ ਕਰ। ਬਾਬੇ ਕਿਆਂ ਦੀ ਬਾਬਰ ਕਿਆਂ ਨਾਲ ਪਹਿਲੀ ਮੁਲਾਕਾਤ ਦੇ ਵਿੱਚ ਵਿਚਾਰ ਦਾ ਟਕਰਾਅ ਹੋਇਆ। ਉਸ ਦਿਨ ਤੋਂ ਬਾਬਰ ਕਿਆਂ ਨੇ ਇਹ ਧਾਰ ਲਿਆ ਵੀ ਜਿਵੇਂ ਕਿਵੇਂ ਹੋਵੇ ਸੱਚ ਦੀ ਧਿਰ ਨੂੰ ਦਬਾਇਆ ਜਾਏ, ਨਹੀਂ ਤੇ ਸਾਡੀ ਸੱਤਾ ਖਤਰੇ ਵਿੱਚ ਹੈ। ਇਹ ਪ੍ਰਤੱਖ ਦਿਸਦਾ। ਸਾਖੀਆਂ ਤੁਸਾਂ ਸਾਰਿਆਂ ਨੇ ਸੁਣੀਆਂ ਨੇ, ਮੈਂ ਇਸ ਕਰਕੇ ਸਿਧਾਂਤਕ ਗੱਲ ਕਰ ਰਿਹਾ ਔਰ ਸਾਖੀ ਤੇ ਵੀ ਆਉਣਾ ਹੈ, ਕਿਉਂਕਿ ਜੋ ਇਤਿਹਾਸ ਅਸੀਂ ਸੁਣਿਆ ਹੈ, ਜੇ ਸਾਨੂੰ ਸਿਧਾਂਤ ਦੀ ਸਮਝ ਨਹੀਂ ਤੇ ਇਤਿਹਾਸ ਦੀ ਸਚਾਈ ਦੀ ਪੜਤਾਲ ਨਹੀਂ ਹੋ ਸਕਦੀ। ਸਾਡਾ ਟਕਰਾਓ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਰਿਹਾ। ਸਾਡਾ ਟਕਰਾਓ ਵੱਡਿਆਂ ਦੀ ਵੱਡੀ ਅਖਵਾਉਣ ਵਾਲੇ ਵਡੱਪਣ ਰੱਖਣ ਵਾਲਿਆਂ ਦੀ ਵਿਚਾਰਧਾਰਾ ਨਾਲ ਰਿਹਾ। ਇਸ ਟਕਰਾਅ ਦੀ ਨੀਂਹ ਸੱਤਾਧਾਰੀਆਂ ਨੂੰ ਚੈਲੰਜ ਕਰਨ ਦੀ ਨੀਂਹ ਧੰਨ ਗੁਰੂ ਨਾਨਕ ਸਾਹਿਬ ਨੇ ਬਚਨ ਕਰਕੇ ਰੱਖੀ ਸੀ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂ ਅਤ ਨੀਚ। ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਜਿੱਥੈ ਨੀਚ ਸੰਭਾਲੀਅਨ ਤਿੱਥੈ ਨਦਰ ਤੇਰੀ ਬਖਸ਼ੀਸ। ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਇਹ ਬਚਨ ਕਹਿ ਕੇ ਐਲਾਨ ਕਰ ਦਿੱਤਾ ਵੀ ਗੁਰੂ ਕਾ ਘਰ ਨੀਵੇਂ ਅਖਵਾਉਣ ਵਾਲਿਆਂ ਦੇ ਹੱਕ ਵਿੱਚ ਖਲੋਏਗਾ, ਵੱਡੇ ਅਖਵਾਉਣ ਵਾਲਿਆਂ ਨੂੰ ਉਸੇ ਦਿਨ ਤੋਂ ਗੁਰੂ ਘਰ ਨਾਲ ਵੈਰ ਬਣ ਗਿਆ। ਇਹ ਵੈਰ ਦੂਸਰੀ ਪਾਤਸ਼ਾਹੀ ਸਮੇਂ ਹਮਾਯੂੰ ਸ੍ਰੀ ਖਡੂਰ ਸਾਹਿਬ ਆਉਂਦਾ ਹੈ, ਉਹੀ ਵੈਰ ਉਹਦੇ ਦਿਲ ਵਿੱਚ ਵੀ ਹੈ ਤੇ ਆ ਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਤੇ ਤਲਵਾਰ ਚਲਾਉਣ ਦਾ ਯਤਨ ਕਰਦਾ ਹੈ। ਗੁਰੂ ਕੀ ਕਲਾ ਵਰਤਦੀ ਹੈ ਤੇ ਤਲਵਾਰ ਚੱਲਣ ਦੇ ਯੋਗ ਨਹੀਂ ਰਹਿੰਦਾ, ਸਗੋਂ ਮਿਹਣਾ ਵੱਜਦਾ ਵੀ ਬਾਦਸ਼ਾਹ ਇਹ ਤਲਵਾਰ ਜਿਸ ਸ਼ੇਰ ਸ਼ਾਹ ਸੂਰੀ ਦੇ ਸਾਹਮਣੇ ਚੱਲਣੀ ਚਾਹੀਦੀ ਸੀ ਉੱਥੇ ਨਹੀਂ ਚੱਲੀ। ਸੂਰਮਾ ਅਖਵਾਉਣ ਵਾਲਾ ਜੰਗ ਵਿੱਚ ਹਥਿਆਰ ਚਲਾ ਨਾ ਸਕੇ ਤੇ ਪਰਜਾ ਤੇ ਆ ਕੇ ਸ਼ਸਤਰ ਦਾ ਰੋਹਬ ਮਾਰੇ, ਇਹ ਕਾਇਰਤਾ ਹੁੰਦੀ ਹੈ। ਹਮਾਯੂੰ ਵੀ ਗੁਰੂ ਘਰ ਵਿੱਚੋਂ ਸ਼ਰਮਿੰਦਾ ਹੋ ਕੇ ਮੁੜਿਆ। ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਅਕਬਰ ਬਾਦਸ਼ਾਹ ਨੇ ਹਿੰਦੁਸਤਾਨ ਦੀ ਰਾਜਗੱਦੀ ਦੀ ਵਾਗਡੋਰ ਸੰਭਾਲੀ। ਪੰਜਾਬ ਦੀ ਧਰਤੀ ਉਹ ਬਰਕਤਾਂ ਵਾਲੀ ਧਰਤੀ ਹੈ। ਇੱਥੇ ਜਿਹੜਾ ਵੀ ਜਨਮ ਲਏਗਾ ਉਹਦੇ ਅੰਦਰ ਰੱਬੀ ਗੁਣ ਸਹਿਜ ਸੁਭਾਅ ਆ ਜਾਂਦੇ ਆ। ਪੰਜਾਬ ਦੀ ਧਰਤੀ ਦੇ ਉੱਤੇ ਇੰਨੀ ਕੁ ਨੇਕੀ ਜੁਗਾਂ ਬੱਧੀ ਹੋਈ ਹੈ ਵੀ ਇੱਥੇ ਜੰਮਣ ਵਾਲਾ ਮਾੜੇ ਤੋਂ ਮਾੜੇ ਖੂਨ ਵਾਲਾ ਹੋਵੇ, ਉਹਦੇ ਅੰਦਰ ਕੋਈ ਨਾ ਕੋਈ ਨੇਕੀ ਰੱਬ ਰੱਖ ਦਿੰਦਾ ਹੈ। ਅਕਬਰ ਦਾ ਜਨਮ ਵੀ ਪੰਜਾਬ ਦਾ ਹੈ, ਅਕਬਰ ਦੀ ਪਾਲਣਾ ਪੋਸ਼ਣਾ ਵੀ ਪੰਜਾਬ ਦੀ ਧਰਤੀ ਤੇ ਹੋਈ ਤੇ ਅਕਬਰ ਦੀ ਤਾਜ ਪੋਸ਼ੀ ਵੀ ਪੰਜਾਬ ਦੀ ਧਰਤੀ ਤੇ ਹੋਈ ਹੈ। ਡੇਰੇ ਬਾਬੇ ਨਾਨਕ ਨੂੰ ਗੁਰਦਾਸਪੁਰੋਂ ਜਾਂਦਿਆਂ ਰਾਹ ਦੇ ਵਿੱਚ ਇੱਕ ਸ਼ਹਿਰ ਆਉਂਦਾ ਕਲਾਨੌਰ, ਉੱਥੇ ਅਕਬਰ ਦਾ ਉਹ ਥਾਂ ਬਣਿਆ ਹੋਇਆ ਜਿੱਥੇ ਉਹਦੀ ਤਾਜ ਪੋਸ਼ੀ ਹੋਈ ਹੈ। ਪੰਜਾਬ ਦੀ ਧਰਤੀ ਦੇ ਉੱਤੇ ਜੰਮਪਲ ਹੋਣ ਕਰਕੇ, ਪੰਜਾਬ ਦੀ ਧਰਤੀ ਤੇ ਬਚਪਨ ਗੁਜ਼ਾਰਿਆ ਹੋਣ ਕਰਕੇ ਅਕਬਰ ਪੰਜਾਬ ਦੇ ਧਾਰਮਿਕ ਮਾਹੌਲ ਨੂੰ, ਹਿੰਦੁਸਤਾਨ ਦੀ ਡਾਇਵਰਸਿਟੀ ਨੂੰ, ਰਿਲੀਜੀਅਸ ਡਾਇਵਰਸਿਟੀ ਨੂੰ ਬੜੇ ਚੰਗੇ ਤਰੀਕੇ ਨਾਲ ਸਮਝਦਾ ਸੀ। ਲੋਕਾਂ ਦੇ ਵੱਖੋ ਵੱਖਰੇ ਧਾਰਮਿਕ ਅਕੀਦੇ ਦੀ ਭਾਵਨਾ, ਲੋਕਾਂ ਦੇ ਵੱਖੋ ਵੱਖਰੇ ਧਾਰਮਿਕ ਵਿਚਾਰਾਂ ਦੀ ਕਦਰ ਕੀਮਤ ਕਿਵੇਂ ਕਰਨੀ ਹੈ, ਲੋਕਾਂ ਦੀ ਧਾਰਮਿਕ ਭਾਵਨਾ ਨੂੰ ਕਿਵੇਂ ਸਤਿਕਾਰ ਦੇਣਾ ਹੈ, ਅਦਬ ਕਿਵੇਂ ਦੇਣਾ ਹੈ ਦੂਸਰਿਆਂ ਦੇ ਧਰਮਾਂ ਨੂੰ, ਅਕਬਰ ਇਸ ਗੱਲ ਨੂੰ ਸਮਝਦਾ ਸੀ। ਮੁਗਲਾਂ ਦੇ ਰਾਜ ਦੇ ਵਿੱਚ ਪਹਿਲੀ ਵਾਰ ਅਕਬਰ ਬਾਦਸ਼ਾਹ ਨੇ ਹਿੰਦੂਆਂ ਨੂੰ ਮੁਸਲਮਾਨਾਂ ਦੇ ਬਰਾਬਰ ਅਹੁਦੇ ਦਿੱਤੇ। ਜਿਸ ਬੀਰਬਲ ਦਾ ਨਾਮ ਤੁਸੀਂ ਸੁਣਦੇ ਹੋ, ਮਹੇਸ਼ ਦਾਸ ਬੀਰਬਲ, ਉਹ ਬੀਰਬਲ ਰਾਜੇ ਦੀ ਉਪਾਧੀ ਤੇ ਬੈਠਾ ਤੇ ਸਭ ਤੋਂ ਪਹਿਲਾਂ ਮੁਸਲਮਾਨਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਵੀ ਅਕਬਰ ਬਾਦਸ਼ਾਹ ਨੇ ਹਿੰਦੂਆਂ ਨੂੰ, ਕਾਫਰਾਂ ਨੂੰ ਸਾਡੇ ਬਰਾਬਰ ਬਿਠਾਉਣਾ ਸ਼ੁਰੂ ਕਰ ਦਿੱਤਾ। ਅਕਬਰ ਬਾਦਸ਼ਾਹ
ਆਪਣੀ ਧੁਨ ਦੇ ਵਿੱਚ ਚੱਲਦਾ ਰਿਹਾ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਇਆ। ਸ੍ਰੀ ਗੁਰੂ ਅਮਰਦਾਸ ਸਾਹਿਬ ਗਰੀਬ ਨਵਾਜ ਦੇ ਦਰਸ਼ਨ ਕੀਤੇ। ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਵੀ ਬਾਦਸ਼ਾਹ, ਲੋਕਾਂ ਦੀ ਫਸਲ ਚੰਗੀ ਨਹੀਂ ਹੋਈ, ਲੋਕ ਡੰਨ ਨਹੀਂ ਦੇ ਸਕਦੇ। ਅਕਬਰ ਨੇ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਡੰਨ ਮਾਫ ਕੀਤਾ। ਦੂਸਰਾ ਬਚਨ ਸਤਿਗੁਰੂ ਨੇ ਕੀਤਾ ਵੀ ਜਿਹੜੀ ਸਤੀ ਪ੍ਰਥਾ ਹੈ, ਕਿਸੇ ਇਸਤਰੀ ਦਾ ਪਤੀ ਚੜ੍ਹਾਈ ਕਰ ਜਾਂਦਾ ਹੈ ਤੇ ਉਹਨੂੰ ਧੱਕੇ ਨਾਲ ਉਸੇ ਦੀ ਚਿਤਾ ਵਿੱਚ ਸੜਨ ਲਈ ਮਜਬੂਰ ਕੀਤਾ ਜਾਂਦਾ ਹੈ। ਇਹ ਪ੍ਰਥਾ ਕੋਈ ਚੰਗੀ ਨਹੀਂ। ਹਰ ਮਨੁੱਖ ਨੂੰ, ਹਰ ਇਸਤਰੀ ਨੂੰ ਆਪਣੇ ਸੋਚ ਮੁਤਾਬਕ ਜੀਵਨ ਜਿਉਣ ਦਾ ਅਧਿਕਾਰ ਹੋਣਾ ਚਾਹੀਦਾ। ਸਤੀ ਪ੍ਰਥਾ ਖਤਮ ਹੋਣੀ ਚਾਹੀਦੀ। ਅਕਬਰ ਬਾਦਸ਼ਾਹ ਨੇ ਸਤਿਗੁਰੂ ਜੀ ਦਾ ਬਚਨ ਮੰਨ ਕੇ ਸਤੀ ਪ੍ਰਥਾ ਨੂੰ ਖਤਮ ਕਰਨ ਦਾ ਐਲਾਨ ਕੀਤਾ। ਸਰਕਾਰੀ ਤੌਰ ਦੇ ਉੱਤੇ ਇਹ ਫਰਮਾਨ ਜਾਰੀ ਕੀਤਾ ਵੀ ਕਿਤੇ ਵੀ ਕੋਈ ਔਰਤ ਆਪਣੀ ਮਰਜ਼ੀ ਦੇ ਖਿਲਾਫ ਸਤੀ ਪ੍ਰਥਾ ਦੇ ਵਿੱਚ ਕੋਈ ਕਿਰਿਆ ਨਾ ਕਰੇ। ਜਿੱਥੇ ਉਹਨੂੰ ਲੱਗਦਾ ਹੈ ਉਹਦਾ ਬਹੁਤਾ ਪ੍ਰੇਮ ਹੋਵੇ, ਆਪਣੀ ਇੱਛਾ ਨਾਲ ਕੋਈ ਸੜ ਮਰੇ ਤੇ ਸਰਕਾਰ ਜ਼ਿੰਮੇਵਾਰ ਨਹੀਂ। ਕਿਸੇ ਨੂੰ ਧੱਕੇ ਨਾਲ ਸਤੀ ਪ੍ਰਥਾ ਦਾ ਸ਼ਿਕਾਰ ਨਾ ਬਣਾਇਆ ਜਾਏ। ਤੀਸਰੀ ਸੇਵਾ ਅਕਬਰ ਬਾਦਸ਼ਾਹ ਨੇ ਗੁਰੂ ਘਰ ਦੀ ਕੀਤੀ। ਸਤਿਕਾਰਯੋਗ ਮਾਤਾ ਜੀ ਮਾਤਾ ਭਾਨੀ ਸਾਹਿਬ ਜੀ ਦੇ ਨਾਮ ਦਾ 84 ਪਿੰਡਾਂ ਦਾ ਪਟਾ ਲਿਖਿਆ। ਡਾਕਟਰ ਗੰਡਾ ਸਿੰਘ ਹੁਣਾਂ ਨੇ ਉਹਨਾਂ 84 ਪਿੰਡਾਂ ਦੀ ਲਿਸਟ ਵੀ 94 ਫੁੱਲ ਟਰੈਕਟ ਦੇ ਅੰਦਰ ਦਿੱਤੀ ਹੈ। 84 ਪਿੰਡਾਂ ਦਾ ਪਟਾ ਲਿਖ ਕੇ ਤੇ ਸਤਿਗੁਰੂ ਜੀ ਨੂੰ ਭੇਟਾ ਕੀਤਾ ਗੁਰੂ ਕੇ ਲੰਗਰਾਂ ਦੀ ਸੇਵਾ ਵਾਸਤੇ। ਅਕਬਰ ਬਾਦਸ਼ਾਹ ਦਾ ਧਾਰਮਿਕ ਵੱਖਵਾਦ ਦੇ ਵਿੱਚ ਇੰਨਾ ਝੁਕਾਅ ਵੇਖ ਕੇ ਜਿਹੜੇ ਤਸਵੀ ਲੋਕ ਸੀ ਉਹਨਾਂ ਨੇ ਖਾਰ ਖਾਣੀ ਸ਼ੁਰੂ ਕਰ ਦਿੱਤੀ। ਵਿਚਾਰਧਾਰਾ ਦਾ ਫਰਕ ਪੈਂਦਾ ਜਾਂਦਾ ਹੈ। ਅਕਬਰ ਚਾਹੁੰਦਾ ਹੈ ਵੀ ਹਿੰਦੁਸਤਾਨ ਦੇ ਅੰਦਰ ਪ੍ਰੇਮ ਦੇ ਨਾਲ ਸਮਸੱਤਾ ਕਾਇਮ ਕੀਤੀ ਜਾਏ, ਜਿੱਥੇ ਸਾਰੇ ਲੋਕਾਂ ਨੂੰ ਇੱਕੋ ਜਿੰਨਾ ਸਮਾਜਿਕ ਔਰ ਧਾਰਮਿਕ ਹੱਕ ਮਿਲੇ, ਸਾਰਿਆਂ ਦੀ ਅਕੀਦਤ ਦਾ ਅਦਬ ਕੀਤਾ ਜਾਏ। ਅਕਬਰ ਦਾ ਪੋਤਰਾ ਅਮੀਰ ਖੁਸਰੋ ਉਹ ਆਪਣੇ ਦਾਦੇ ਦੀ ਸੋਚ ਦੇ ਨਾਲ ਬਹੁਤ ਸਹਿਮਤ ਹੈ ਔਰ ਆਪਣੇ ਦਾਦੇ ਦੀ ਲੀਹ ਦੇ ਉੱਤੇ ਚੱਲਣ ਦਾ ਯਤਨ ਕਰਦਾ। ਅਕਬਰ ਬਾਦਸ਼ਾਹ ਦਾ ਮਨ ਬਣਿਆ ਵੀ ਜਿਵੇਂ ਕਿਵੇਂ ਹੋਵੇ ਅਮੀਰ ਖੁਸਰੋ ਨੂੰ ਮੈਂ ਆਪਣੀ ਗੱਦੀ ਦਾ ਵਾਰਿਸ ਬਣਾ ਦਿਆਂ, ਤਾਂ ਕਿ ਹਿੰਦੁਸਤਾਨ ਦੇ ਅੰਦਰ ਇਹ ਅਮਨ ਕਾਨੂੰਨ ਇਸੇ ਤਰ੍ਹਾਂ ਬਹਾਲ ਰਹਿ ਸਕੇ। ਤਸਵੀ ਲੋਕਾਂ ਨੂੰ ਇਹ ਚੀਜ਼ ਪਸੰਦ ਨਹੀਂ ਆਈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਕਾਰਨ ਇਥੋਂ ਆਰੰਭ ਹੁੰਦੇ ਆ। ਜਿਸ ਵੇਲੇ ਇਸਲਾਮ ਨੇ ਹਿੰਦੁਸਤਾਨ ਦੀ ਧਰਤੀ ਤੇ ਪੈਰ ਪਸਾਰਨੇ ਆਰੰਭ ਕੀਤੇ ਨਾ, ਮੁਸਲਮਾਨਾਂ ਦੇ ਦੋ ਮੁੱਖ ਧੜੇ ਸੁੰਨੀ ਤੇ ਸ਼ੀਆ। ਸੁੰਨੀ ਮੁਸਲਮਾਨਾਂ ਦੇ ਅੱਗੋਂ ਸੂਫੀ ਸਾਧੂ ਹੋਏ ਆ, ਉਹਨਾਂ ਨੇ ਆਪੋ ਆਪਣੇ ਵੱਖਰੇ ਵੱਖਰੇ ਸਿਲਸਿਲੇ ਚਲਾਏ, ਵੱਖੋ ਵੱਖਰੀਆਂ ਸੰਪਰਦਾਵਾਂ ਚਲਾਈਆਂ। ਇੱਕ ਸ਼ੇਖ ਬੁਖਾਰੀ ਨਕਸ਼ਬੰਦੀ ਹੋਇਆ, ਉਹਦੇ ਨਾਮ ਤੋਂ ਨਕਸ਼ਬੰਦੀ ਸਿਲਸਿਲਾ ਪੰਜਾਬ ਦੀ ਧਰਤੀ ਤੇ ਚੱਲਿਆ। ਬਾਕੀ ਬਿੱਲਾ ਨੇ ਫਕੀਰ ਨੇ ਇਹ ਧਰਤੀ ਤੇ ਪੰਜਾਬ ਦੀ ਧਰਤੀ ਤੇ ਨਕਸ਼ਬੰਦੀ ਸਿਲਸਿਲੇ ਦੀ ਨੀਂਹ ਰੱਖੀ। ਇਸ ਸਿਲਸਿਲੇ ਦੇ ਵਿੱਚ ਪਹਿਲਾਂ ਜਿਹੜੇ ਸੂਫੀ ਸੀ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਸਨ। ਇਸ ਕਰਕੇ ਪਰਜਾ ਦੇ ਵਿੱਚ ਇਹਨਾਂ ਦੀ ਸੰਪਰਦਾ ਦਾ ਬੜਾ ਮਾਣ ਸਨਮਾਨ ਬਣ ਗਿਆ। ਸਮਾਂ ਆਇਆ 1526 ਈਸਵੀ ਦੇ ਅੰਦਰ ਇਸ ਨਕਸ਼ਬੰਦੀ ਸਿਲਸਿਲੇ ਦੇ ਵਿੱਚ ਇੱਕ ਸ਼ੇਖ ਅਹਿਮਦ ਸਰਹੰਦੀ ਨਾਮ ਦਾ ਆਦਮੀ ਜਿਹੜਾ ਉਹ ਦਾਖਲ ਹੁੰਦਾ ਹੈ। ਸਮਾਂ ਪਾ ਕੇ ਉਹ ਇਸ ਸਿਲਸਿਲੇ ਦਾ ਮੁਖੀ ਬਣਦਾ ਹੈ, ਮੁੱਖ ਆਗੂ ਬਣ ਜਾਂਦਾ ਹੈ। ਉਸ ਆਦਮੀ ਦੀ ਸੋਚ ਇੰਨੀ ਕੁ ਸੌੜੀ ਔਰ ਇੰਨੀ ਕੁ ਭੈੜੀ ਸੀ, ਉਹਦੀਆਂ ਚਿੱਠੀਆਂ ਲਿਖੀਆਂ ਹੋਈਆਂ ਮਿਲਦੀਆਂ ਨੇ, ਉਹਦੇ ਵਿੱਚੋਂ ਪਤਾ ਲੱਗਦਾ ਵੀ ਉਹ ਬੰਦਾ ਮੁਸਲਮਾਨਾਂ ਤੋਂ ਇਲਾਵਾ ਦੂਸਰੇ ਕਿਸੇ ਮਨੁੱਖ ਨੂੰ ਵੇਖ ਕੇ ਰਾਜੀ ਨਹੀਂ ਸੀ। ਉਹਦੀਆਂ ਚਿੱਠੀਆਂ 'ਚ ਆਮ ਹੀ ਇਹ ਲਾਈਨ ਪੜ੍ਹਨ ਨੂੰ ਮਿਲਦੀ ਹੈ ਵੀ ਉਹ ਹਿੰਦੂਆਂ ਨੂੰ ਕਹਿੰਦਾ ਹੁੰਦਾ ਸੀ ਇਹ ਕੁੱਤਿਆਂ ਵਰਗੇ ਨੇ ਤੇ ਇਹਨਾਂ ਨਾਲ ਕੁੱਤਿਆਂ ਤੋਂ ਵੀ ਵੱਧ ਕੇ ਜੇ ਦੁਰ ਕੀਤੀ ਜਾਏ ਤੇ ਤਾਂ ਹੀ ਇਸਲਾਮ ਵਧੇਗਾ। ਇਸਲਾਮ ਦੀ ਇਸੇ ਗੱਲ ਵਿੱਚ ਭਲਾਈ ਹੈ। ਇੰਨੀ ਮਾੜੀ ਔਰ ਇੰਨੀ ਸੌੜੀ ਸੋਚ ਦਾ ਉਹ ਆਦਮੀ ਸੀ।
शेख अहमद सरहंदी का एक चेला शेख फरीद बुखारी वो लाहौर दरबार का खास आदमी बनया। जदों अमीर खुसरो ने जहांगीर बादशाह जिहड़ा सी ना अकबर का पुत्र, इन्हें तस्वी लोगों के नाल अपना मेल जोल वधाया ताकि पिता की गद्दी हथियाई जा सके, हिंदुस्तान का राज भाग हथियाया जा सके। अमीर खुसरो नूं इस गल की भनक पई, उन्होंने पता लग गया कि मैं धार्मिक विचारां वाला, धार्मिक अकीदत रखने वाला और लोगों की अकीदत का अदब करने वाला व्यक्ति हाँ। मेरे मगर कट्टड़ मुसलमाना ने नहीं तुरना, जेड़े चाहते हैं भी हिंदुस्तान के अंदर मुसलमाना का राज तेज सिर्फ मुसलमाना के हाथ ही रवे, उन्हां बंदियां ने मेरे मगर नहीं तुरना। ते इत्थे सिर्फ मुसलमान दे राज की विचारधारा की सपोर्ट करने वालियां दी भरमार है। अमीर खुसरो लाहौर दरबार तो बागी हो जाता है। जहांगीर बादशाह सत्ता संभालदियां सार अमीर खुसरो दे मगर फौज लाउंदा है, उन्होंने कतल करने का हुक्म कर दिंदा है। अमीर खुसरो अपनी जान बचाउंदा होया इधर उधर दौड़दा है, उहदे मगर फौज लगी रहिंदी है। नक्शबंदी सिलसिले दे विचों जिहड़ा शेख फरीद बुखारी सी, इस शेख फरीद बुखारी ने अमीर खुसरो नूं फड़न वास्ते पूरी वाह ला दिती। दो तरह के आदमी हुंदे है, चंगे ते माड़े। राजनीतिक आदमी होवे जे तां होवे चंगा ते ओ भलाई करन दा, परोपकार करन दा मौका भालदा है। जे राजनीतिक अहुदे ते बैठा आदमी सियासी हो जाए, किसी माड़ी संगत का शिकार हो जाए, वो फिर अपने राज तेज वधाउण वास्ते किसी कीमत तक भी गिर भी सकता है ते किसी दी बुराई करन दा बहाना लभना उहदा शौक बन जाता। शेख फरीद बुखारी ने बहाना लभ लिया, उन्होंने मौका मिल गया भी जे अमीर खुसरो नूं फड़ के मैं कतल करदा ते मेरे उत्ते एक तां जहांगीर बादशाह का बड़ा वड्डा भरोसा बन जाएगा, दूसरी गल यह है भी मैं फिर जो मंगा वो बादशाह तो ले सकदा। बुखारी ने जोर ला दिता, अमीर खुसरो नूं फड़ लिया, फड़ के जहांगीर दे पेश किया, उन्होंने कतल कर दिता गया। बादशाह जहांगीर ने अमीर खुसरो दे कतल करन दे इनाम वजों शेख फरीद बुखारी नूं मुर्तजा खान दा जेतू आदमी दा खिताब दिता। ਉਹਦੇ जिन्ने इतिहासकार ने बुखारी नूं मुर्तजा खान करके लिखते हैं। ये शेख मुर्तजा खान शेख अहमद सरहंदी का चेला धन गुरु अर्जन देव साहब सच्चे पातशाह जी की शहादत का सब तो मुख कारण है। शेख अहमद सरहंदी चाहुंदा है पंजाब की धरती के उत्ते सिर्फ मुसलमान धर्म का प्रचार होवे, सिर्फ मुसलमाना का सत्कार होवे ते मुसलमान तो अलहदा कोई भी धर्म प्रचारक, कोई भी धर्म आगू लोकां दे विच पूजनिक नहीं सदवाउणा चाहिदा। ये शेख अहमद सरहंदी की सोच है। यदी खतो खताबत यदा चिट्ठी पत्र विहार शेख फरीद बुखारी दे नाल लगातार चलदा है। उन्होंने ये हर बार ये गल कहंदा है भी पंजाब की धरती के उत्ते गुरु नानक साहब नाम दे एक फकीर दा घर, ओदी एक एदी भाषा दे विच इन्हें अरबी फारसी दे विच दुकान है बातल शब्द वरतिया, झूठ दी दुकान। ये कहंदा भी उन्हां दी कूड़ दी दुकान चलदी है हिंदुआं दे पीर दी, ते ओदा प्रभाव पंजाब दे विच दिनों दिन वध रहा है। ते जिवें किवें हो सके इस काम नूं ठल पाउणी चाहीदी। शेख अहमद सरहंदी शेख फरीद बुखारी नूं मुर्तजा खान नूं इस गल दे उत्ते पक्कियां करदा है ते मुर्तजा खान जहांगीर बादशाह नूं दिने रात गुरु नानक साहब दे दर घर बारे भड़काउंदा है। जहांगीर दा निजी जीवन जिहड़ा सी वो इन्ना को कच्चा सी ते इन्ना कोई खर जेन आदमी सी, जिस बंदे दे जीवन दे विच नशा आ जाए ना संगत जी,
ਉਹਦਾ ਫਿਰ ਉਹਦੀ ਸੋਚ, ਉਹਦੀ ਸਮਝ, ਉਹਦਾ ਆਪਣਾ ਕੋਈ ਵਿਚਾਰਕ ਪੱਧਰ ਨਹੀਂ ਰਹਿ ਜਾਂਦਾ। ਇੱਕ ਬਾਦਸ਼ਾਹ ਹੋਵੇ, ਸਰੀਰ ਜਵਾਨ ਹੋਵੇ ਤੇ ਨਵਾਂ ਨਵਾਂ ਰਾਜ ਭਾਗ ਧਨ ਦੌਲਤ ਖਾਣ ਪੀਣ ਨੂੰ ਮਿਲੀ ਹੋਵੇ ਤੇ ਹੁਕਮ ਚੱਲਦਾ ਹੋਵੇ, ਉਹ ਪਾਪੀ ਨਾ ਬਣੇ, ਇਹ ਹੋ ਨਹੀਂ ਸਕਦਾ। ਕਲਗੀਧਰ ਪਾਤਸ਼ਾਹ ਦਾ ਇੱਕ ਬਚਨ ਆਉਂਦਾ ਹੈ ਸੰਗਤ ਜੀ, ਸਤਿਗੁਰੂ ਬਚਨ ਕਰਦੇ ਨੇ, ਏਕ ਤਰਨ ਦੂਜੈ ਮਦੀ ਤੀਜੇ ਬਹੁ ਧਨ ਧਾਮ, ਪਾਪ ਕਰੇ ਬਿਨ ਕਿਉ ਬਚੇ ਬਚੇ ਬਚਾਵੈ ਰਾਮ। ਇੱਕ ਤੇ ਸਰੀਰ ਜਵਾਨ ਹੋਵੇ, ਦੂਜਾ ਨਸ਼ਈ ਹੋ ਜਾਏ, ਤੇ ਤੀਜਾ ਨਸ਼ਾ ਪੱਤਾ ਕਰਨ ਨੂੰ ਮਾਇਆ ਵੀ ਹੋਵੇ। ਬੰਦਾ ਪਾਪ ਕਰਨ ਤੋਂ ਤਾਂ ਹੀ ਬਚੇਗਾ ਜੇ ਰੱਬ ਬਚਾਏਗਾ, ਨਹੀਂ ਤੇ ਨਹੀਂ ਬਚ ਸਕਦਾ। ਜਹਾਂਗੀਰ ਦਾ ਸਰੀਰ ਵੀ ਜਵਾਨ ਹੈ, ਧਨ ਦੌਲਤ ਵੀ ਬਹੁਤ ਹੈ, ਮਾਇਆ ਵੀ ਬਹੁਤ ਹੈ, ਹੁਕਮ ਵੀ ਬੜਾ ਚੱਲਦਾ ਹੈ, ਤੇ ਤੀਜੀ ਗੱਲ ਸੰਗਤ ਵੀ ਮਾੜੀ ਹੈ, ਨਸ਼ਾ ਪੱਤਾ ਕਰੀ ਜਾਂਦਾ ਹੈ, ਹਰ ਬੁਰਾਈ ਆਪਣੇ ਜੀਵਨ ਦੇ ਵਿੱਚ ਕਰ ਰਿਹਾ ਹੈ। ਤੇ ਇਹਦੇ ਦਿਮਾਗ ਕਮਜ਼ੋਰ ਹੋਣ ਦਾ ਇੱਕ ਅੰਦਾਜ਼ਾ ਮੈਂ ਤੁਹਾਨੂੰ ਥੋੜਾ ਜਿਹਾ ਦੇ ਦਿਆਂ। ਇੱਕ ਪਾਸੇ ਤਾਂ ਇਹਦਾ ਦਿਮਾਗ ਇੰਨਾ ਕੁ ਸਖਤ ਹੋ ਗਿਆ, ਇੰਨਾ ਕੁ ਕਾਠ ਦਾ ਦਿਮਾਗ ਹੋ ਗਿਆ, ਸ਼ਿਕਾਰ ਖੇਡਣ ਗਿਆ ਤੇ ਇਹਦਾ ਆਪਣੀ ਫੌਜ ਦਾ ਕੋਈ ਸਿਪਾਹੀ ਉਹ ਘੋੜਾ ਮਗਰੋਂ ਭਜਾਈ ਲਿਆਉਂਦਾ ਤੇ ਉਹਨੇ ਘੋੜਾ ਰੋਕਦੇ ਰੋਕਦੇ ਤੋਂ ਰੋਕਿਆ ਨਾ ਗਿਆ ਤੇ ਘੋੜੇ ਦੀ ਆਵਾਜ਼ ਸੁਣ ਕੇ ਤੇ ਇਹਦਾ ਸ਼ਿਕਾਰ ਦੌੜ ਗਿਆ। ਇੰਨੀ ਗੱਲ ਤੋਂ ਇਹਨੇ ਉੱਥੇ ਜੰਗਲ ਵਿੱਚ ਕਸਾਈ ਸੱਦ ਕੇ ਤੇ ਆਪਣੀਆਂ ਅੱਖਾਂ ਸਾਹਮਣੇ ਉਹਦੀ ਜਿਉਂਦੇ ਦੀ ਖੱਲ ਲਵਾ ਦਿੱਤੀ। ਇਹਨਾਂ ਨਿਰਦਈ। ਤੇ ਦੂਜੇ ਪਾਸੇ ਜੇ ਇਹਦੇ ਮਨ ਦੇ ਵਿੱਚ ਇਹਨੇ ਇਹ ਸੋਚ ਲੈਣਾ ਵੀ ਲੋਕ ਮੈਨੂੰ ਦਿਆਲੂ ਕਹਿਣ, ਤੇ ਜਾ ਕੇ ਹਾਥੀਆਂ ਦੇ ਤਬੇਲੇ ਵਿੱਚ ਖਲੋ ਜਾਣਾ ਤੇ ਕਹਿਣਾ ਪਾਣੀ ਗਰਮ ਕਰੋ ਤੇ ਮੇਰੇ ਸਾਹਮਣੇ ਇਹਨਾਂ ਨੂੰ ਗਰਮ ਪਾਣੀ ਨਾਲ ਇਸ਼ਨਾਨ ਕਰਾਓ ਤੇ ਵੱਡੀਆਂ ਵੱਡੀਆਂ ਰਜਾਈਆਂ ਸਿਉਂ ਕੇ ਲਿਆਓ ਤੇ ਇਹਨਾਂ ਹਾਥੀਆਂ ਦੇ ਉੱਤੇ ਰਜਾਈਆਂ ਦਿਓ, ਇਹਨਾਂ ਨੂੰ ਠੰਡ ਨਾ ਲੱਗੇ। ਇੰਨਾ ਕੁ ਇਹਦਾ ਮਾਨਸਿਕ ਪੱਧਰ ਸੀ। ਤੇ ਜਹਾਂਗੀਰ ਬਾਦਸ਼ਾਹ ਜੀ ਦਾ ਆਪਦਾ ਦਿਮਾਗ ਇੰਨਾ ਕੁ ਰਹਿ ਗਿਆ ਸੀ, ਇਹਨੂੰ ਫਿਰ ਭਟਕਾਉਣਾ ਕਿੰਨਾ ਕੁ ਔਖਾ ਹੋਏਗਾ। ਤਸਬੀ ਮੁਸਲਮਾਨਾਂ ਨੇ, ਸ਼ੇਖ ਫਰੀਦ ਬੁਖਾਰੀ ਵਰਗਿਆਂ ਨੇ ਇਹਨੂੰ ਗੁਰੂ ਘਰ ਦੇ ਖਿਲਾਫ ਭੜਕਾਉਣਾ ਸ਼ੁਰੂ ਕਰ ਦਿੱਤਾ, ਜਿਹਦੇ ਵਿੱਚ ਉਹ ਇਸ ਹੱਦ ਤੱਕ ਸਫਲ ਹੋ ਗਏ। ਕੁਝ ਇਹਦੇ ਆਪਣੇ ਦਿਮਾਗ ਦਾ ਫਤੂਰ ਸੀ। ਇਹਨੇ ਜਿਹੜਾ ਆਪਣਾ ਜੀਵਨ ਲਿਖਿਆ ਨਾ ਜਹਾਂਗੀਰ ਬਾਦਸ਼ਾਹ ਨੇ, ਤੁਜ਼ਕੇ ਜਹਾਂਗੀਰੀ, ਉਹਦੇ ਵਿੱਚ ਲਿਖਦਾ ਹੈ ਵੀ ਮੈਂ ਸ੍ਰੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੋਭਾ ਨੂੰ ਵੱਧਦਿਆਂ ਆਪਣੀਆਂ ਅੱਖਾਂ ਨਾਲ ਵੇਖਿਆ। ਮੇਰੇ ਪਿਤਾ ਨੇ ਉਸ ਘਰ ਨੂੰ ਬਹੁਤ ਸਾਰੀ ਜਗੀਰ ਭੇਟ ਕੀਤੀ ਹੈ। ਜੇ ਮੇਰੇ ਹੱਥ ਵਸ ਹੁੰਦਾ ਤੇ ਮੈਂ ਉਹ ਜਗੀਰ ਇਹਨਾਂ ਨੂੰ ਭੇਟ ਕਰਨ ਦੀ ਬਜਾਏ ਜੋ ਇਹਨਾਂ ਕੋਲ ਸੀ ਉਹ ਵੀ ਖੋਹ ਲੈਂਦਾ। ਤੇ ਜਦੋਂ ਇਹਦੀ ਬਾਦਸ਼ਾਹਤ ਦਾ ਸਮਾਂ ਆਇਆ, ਇਹਦੀ ਤਾਜਪੋਸ਼ੀ ਤੋਂ ਕਰੀਬਨ 10-15 ਦਿਨ ਬਾਅਦ ਇਹਨੇ ਗੁਰੂ ਘਰ ਦੇ ਖਿਲਾਫ ਹੁਕਮਨਾਮੇ ਜਾਰੀ ਕੀਤੇ। ਮੁਰਤਜ਼ਾ ਖਾਨ ਨੂੰ ਇਹ ਹੁਕਮ ਕੀਤਾ ਵੀ ਜਾਓ, ਜਾ ਕੇ ਜਿਸ ਕਿਸੇ ਤਰੀਕੇ ਦੇ ਨਾਲ ਹੋ ਸਕਦਾ ਹੈ ਹਿੰਦੂਆਂ ਦੇ ਪੀਰ ਨੂੰ, ਗੁਰੂ ਅਰਜਨ ਦੇਵ ਨੂੰ ਆਪਣੇ ਕਾਬੂ ਵਿੱਚ ਕਰੋ ਤੇ ਉਹਨੂੰ ਕਿਸੇ ਬਿਲੇ ਲਾਓ। ਇਹ ਇਹਦੀ ਸ਼ਬਦਾਵਲੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਕਰਦੇ ਪ੍ਰਚਾਰ ਪ੍ਰਸਾਰ ਨੂੰ ਇੱਕ ਤਾਂ ਇਹਦਾ ਮਨ ਸੌੜਾ ਵੇਖ ਨਹੀਂ ਸਕਦਾ, ਦੂਜਾ ਕੱਟੜ ਮੁਸਲਮਾਨਾਂ ਦੀ ਜਿਹੜੀ ਇਹ ਸੰਗਤ ਕਰਦਾ ਉਸ ਵਜ੍ਹਾ ਕਰਕੇ ਇਹਦਾ ਦਿਮਾਗ ਹੋਰ ਖਰਾਬ ਹੋ ਗਿਆ। ਗੁਰੂ ਘਰ ਨਾਲ ਇਹਨੇ ਵੈਰ ਪਾ ਲਿਆ। ਸਤਿਗੁਰੂ ਜੀ ਦੀ ਸ਼ਹਾਦਤ ਦਾ ਤੀਸਰਾ ਕਾਰਨ ਚੰਦੂ ਬਣਦਾ। ਦਿੱਲੀ ਦਰਬਾਰ ਦਾ ਦੀਵਾਨ ਹੈ, ਲਾਹੌਰ ਦਾ ਨਹੀਂ। ਸਾਨੂੰ ਆਮ ਤੌਰ ਤੇ ਸਾਖੀ ਜਿਹੜੀ ਮਹਾਰਾਜ ਸਾਹਿਬ ਦੀ ਸ਼ਹੀਦੀ ਦੀ ਉਹ ਸਿਰਫ ਇਹੀ ਸੁਣਾਈ ਜਾਂਦੀ ਹੈ ਵੀ ਚੰਦੂ ਨੇ ਮਹਾਰਾਜ ਸਾਹਿਬ ਜੀ ਦੇ ਘਰ ਸਾਕ ਭੇਜਿਆ ਤੇ ਚੰਦੂ ਦੀ ਸ਼ਬਦਾਵਲੀ, ਗੁਰੂ ਘਰ ਪ੍ਰਤੀ ਨਜ਼ਰੀਆ ਮਾੜਾ ਹੋਣ ਕਰਕੇ ਸਿੱਖਾਂ ਦੀ ਚਿੱਠੀ ਤੋਂ ਸਤਿਗੁਰੂ ਜੀ ਨੇ ਚੰਦੂ ਦੇ ਘਰ ਦਾ ਸਾਕ ਲੈਣ ਤੋਂ ਮਨਾ ਕੀਤਾ ਤੇ ਉਹ ਸਾਕ ਨਾ ਲੈਣ ਦੀ ਵਜ੍ਹਾ ਕਰਕੇ ਚੰਦੂ ਨੇ ਸਤਿਗੁਰੂ ਸਾਹਿਬ ਨੂੰ ਸ਼ਹੀਦ ਕਰ ਦਿੱਤਾ। ਇੰਨਾ ਕੋਈ ਇਤਿਹਾਸ ਅਸਾਂ ਸੁਣਿਆ। ਹਾਲਾਂਕਿ ਇਹ ਬਹੁਤ ਛੋਟਾ ਹਿੱਸਾ ਹੈ ਸਤਿਗੁਰੂ ਜੀ ਦੀ ਸ਼ਹਾਦਤ ਦੇ ਕਾਰਨਾਂ ਦਾ। ਚੰਦੂ ਕੋ ਬਹੁਤ ਵੱਡਾ ਵਜ਼ੀਰ ਅਮੀਰ ਨਹੀਂ ਸੀ। ਜਿਸ ਲਾਹੌਰ ਦਰਬਾਰ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਤੇ ਸ਼ਰਧਾ ਰੱਖਣ ਵਾਲੇ ਵਜ਼ੀਰ ਖਾਂ ਵਰਗੇ ਮੁੱਖ ਮੰਤਰੀ ਬੈਠੇ ਹੋਣ,
ਉੱਥੇ ਚੰਦੂ ਵਰਗਾ ਕੋਈ ਆਮ ਅਫਸਰ ਸਤਿਗੁਰੂ ਜੀ ਨੂੰ ਸ਼ਹੀਦ ਕਰ ਜਾਵੇ ਜਾਂ ਸ਼ਹੀਦ ਕਰਨ ਦਾ ਹੀਆ ਕਰੇ, ਇਸ ਗੱਲ ਦਾ ਕੋਈ ਤੁਕ ਬਣਦਾ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਵਿੱਚ ਚੰਦੂ ਦਾ ਹੱਥ ਹੈ ਸੀ। ਇਹਨੇ ਕੱਟੜ ਮੁਸਲਮਾਨਾਂ ਨੂੰ ਇਹ ਗੱਲ ਕਹਿ ਕੇ ਮੌਕਾ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਖਿਲਾਫ ਕੁਝ ਹੋਰ ਬੋਲਣ ਬਕਣ ਦਾ, ਕਿ ਇਹ ਬਹੁਤ ਹੰਕਾਰੀ ਨੇ, ਇਹਨਾਂ ਨੂੰ ਬਹੁਤ ਸਾਰਾ ਚੜਾਵਾ ਆਉਂਦਾ ਹੈ, ਤੇ ਕਦੀ ਵੀ ਇਹਨਾਂ ਨੇ ਸ਼ਾਹੀ ਦਰਬਾਰ ਨੂੰ ਇੱਕ ਵੀ ਰੁਪਈਆ ਕਿਸੇ ਮੱਧ ਵਿੱਚ ਭੇਟਾ ਨਹੀਂ ਕੀਤਾ, ਸਗੋਂ ਸ਼ਾਹੀ ਦਰਬਾਰ ਦੇ ਆਦਮੀਆਂ ਉੱਤੇ ਪ੍ਰਭਾਵ ਪਾ ਕੇ ਇਹ ਸ਼ਾਹੀ ਦਰਬਾਰ ਤੋਂ ਵੱਡੀਆਂ ਜ਼ਗੀਰਾਂ ਲੈ ਕੇ ਗਏ ਨੇ। ਜਿਵੇਂ ਕਿਵੇਂ ਹੋਵੇ ਇਹਨਾਂ ਨੂੰ ਫੜ ਕੇ ਤੇ ਇਹਨਾਂ ਤੋਂ ਵੱਡੀਆਂ ਜ਼ਗੀਰਾਂ ਵਾਪਸ ਲੈਣੀਆਂ ਚਾਹੀਦੀਆਂ ਨੇ, ਔਰ ਇਹਨਾਂ ਦੀ ਦੁਕਾਨ ਬੰਦ ਕਰਨੀ ਚਾਹੀਦੀ ਹੈ। ਤੀਸਰਾ ਕਾਰਨ ਸਾਧ ਸੰਗਤ ਜੀ, ਇਹ ਚੰਦੂ ਦੀ ਈਰਖਾ ਬਣੀ। ਇੱਕ ਬਹੁਤ ਵੱਡਾ ਪੰਜਾਬ ਦੇ ਧਰਾਤਲ ਤੇ ਜਿਹੜਾ ਕਾਰਨ ਬਣਿਆ, ਪੰਜਾਬ ਦੀ ਧਰਤੀ ਦੇ ਉੱਤੇ ਜਿਹੜੀਆਂ ਮੁਸਲਮਾਨ ਸ਼ਾਖਾਵਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਲਾਕੇ ਵਿੱਚ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਰਹੀਆਂ ਸੀ, ਉਹਨਾਂ ਵਿੱਚੋਂ ਇੱਕ ਬਹੁਤ ਵੱਡੀ ਸ਼ਾਖ ਸਖੀ ਸਰਵਰੀਆਂ ਦੀ ਸੀ। ਪੀਰ ਦੇ ਪੁਜਾਰੀ ਪੰਜਾਬ ਦੀ ਧਰਤੀ ਦੇ ਗਰੀਬ ਲੋਕਾਂ ਨੂੰ, ਜਿਨ੍ਹਾਂ ਦੇ ਵਿੱਚ ਹਿੰਦੂ ਵੀ ਸ਼ਾਮਲ ਸਨ, ਮੁਸਲਮਾਨ ਵੀ ਜਿਹੜੇ ਸੀ, ਉਹਨਾਂ ਦੇ ਵੀ ਹੋਰ ਜਿੰਨੇ ਵੀ ਉਹਨਾਂ ਦੇ ਸਿਲਸਿਲੇ ਸੀ, ਜਿੰਨੇ ਵੀ ਮੁਸਲਮਾਨਾਂ ਦੇ ਹੋਰ ਮਤ ਮਤਾਂਤਰ ਸਨ, ਸੁਨੀਆਂ ਤੋਂ ਇਲਾਵਾ ਸੂਫੀ ਸਨ, ਰਾਫਜੀ ਲੋਕ ਸੀ, ਇਮਾਮ ਸਾਫੀ ਸਨ, ਉਹਨਾਂ ਨੂੰ ਸਖੀ ਸਰਵਰੀਏ ਮੋੜ ਕੇ ਇੱਕ ਧਾਰਾ ਦੇ ਵਿੱਚ ਲਿਆ ਰਹੇ ਸੀ। ਇਸ ਕਰਕੇ ਸਰਕਾਰ ਦੀ ਇਹਨਾਂ ਦੀ ਸੰਪਰਦਾ ਨੂੰ ਬਹੁਤ ਸ਼ਹਿ ਸੀ। ਤੇ ਜਿਸ ਵੇਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੰਜਾਬ ਦੀ ਧਰਤੀ ਦੇ ਉੱਤੇ 5 ਸਰੋਵਰ ਬਣਾਏ, ਲੋਕ ਕਲਿਆਣ ਦੇ ਕਾਰਜ ਸ਼ੁਰੂ ਕਰ ਦਿੱਤੇ, ਇੱਕ ਪਾਸੇ ਸਾਰੇ ਧਰਮਾਂ ਦੇ, ਸਾਰੇ ਜਾਤਾਂ ਦੇ, ਸਾਰੇ ਮਜ਼ਹਬਾਂ ਦੇ, ਵੱਖੋ ਵੱਖਰੇ ਮਤਾਂ ਮਤਾਂਤਰਾਂ ਦੇ ਸਾਧੂਆਂ ਸੰਤਾਂ ਮਹਾਂਪੁਰਖਾਂ ਦੀ ਬਾਣੀ ਨੂੰ ਇੱਕ ਜਗ੍ਹਾ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੰਦਰ ਸੰਕਲਿਤ ਕਰਨਾ ਆਰੰਭ ਕਰ ਦਿੱਤਾ। ਦੂਜੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੰਧ ਦੀ ਧਰਤੀ ਦੇ ਉੱਤੇ ਲਾਹੌਰ ਦੇ ਪਰਲੇ ਪਾਸੇ ਫੈਲੀ ਹੋਈ ਵਬਾ ਨੂੰ, ਬਿਮਾਰੀ ਨੂੰ, ਉਸ ਬਿਮਾਰੀ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਲੋਕਾਂ ਨੂੰ ਬਚਾਉਣ ਵਾਸਤੇ ਭਾਈ ਗੁਰਦਾਸ ਸਾਹਿਬ ਵਰਗੇ ਮਹਾਂਪੁਰਖਾਂ ਦੀ ਡਿਊਟੀ ਲਾਈ ਵੀ ਜਾਓ ਲਾਹੌਰ ਜਾ ਕੇ ਜਿੰਨੀ ਵੀ ਵੱਧ ਤੋਂ ਵੱਧ ਖਿਦਮਤ ਹੋ ਸਕਦੀ ਹੈ ਪ੍ਰਜਾ ਦੀ ਉਹ ਕਰੋ, ਜਿੰਨੀ ਸੇਵਾ ਵੱਧ ਤੋਂ ਵੱਧ ਕਰ ਸਕਦੇ ਹੋ ਕਰਕੇ ਤੇ ਗੁਰੂ ਘਰ ਦੀ ਸੇਵਾ ਦਾ ਨਮੂਨਾ ਸੰਗਤ ਨੂੰ ਵਿਖਾਓ। ਭਾਈ ਗੁਰਦਾਸ ਜੀ ਵਰਗੇ ਮਹਾਂਪੁਰਖ ਜਾ ਕੇ ਸੰਗਤ ਦੀ ਸੇਵਾ ਕਰਦੇ ਐ। ਉਸ ਸੇਵਾ ਦਾ ਨਤੀਜਾ ਇਹ ਹੁੰਦਾ ਹੈ ਕਿ ਮੁਸਲਮਾਨਾਂ ਅੰਦਰ, ਹਿੰਦੂਆਂ ਅੰਦਰ ਗੁਰੂ ਘਰ ਦਾ ਪਿਆਰ ਦਿਨ ਬਾ ਦਿਨ, ਦਿਨ ਰਾਤ ਲਗਾਤਾਰ ਵੱਧਦਾ। ਇਹ ਪਿਆਰ ਇਸ ਸ਼ਕਲ ਅੰਦਰ ਵੱਧ ਕੇ ਨਤੀਜੇ ਤੌਰ ਤੇ ਬਾਹਰ ਆਉਂਦਾ ਹੈ। ਸਖੀ ਸਰਵਰੀਆਂ ਦੇ ਸਿੰਧ ਦੇ ਇਲਾਕੇ ਦੇ ਬਹੁਤ ਵੱਡੇ ਪ੍ਰਚਾਰਕ ਭਾਈ ਬਹਿਲੋ, ਜਿਹੜੇ ਹਰ ਵੇਲੇ ਗਲ ਦੇ ਵਿੱਚ ਪੀਰਾਂ ਦੀ ਖੂੰਡੀ ਰੱਖਣ ਵਾਲੇ ਔਰ ਹਰ ਵੇਲੇ ਹਰਾ ਚੋਲਾ ਪਾ ਕੇ ਰੱਖਣ ਵਾਲੇ, ਪੀਰਾਂ ਦਾ ਪ੍ਰਚਾਰ ਕਰਨ ਵਾਲੇ, ਪੀਰਾਂ ਦੀ ਵਡਿਆਈ ਕਰਕੇ ਰੋਟੀ ਖਾਣ ਵਾਲੇ ਸਨ। ਉਹਨਾਂ ਨੇ ਇੱਕ ਇੱਕ ਸੱਦੇ ਤੇ ਗੁਰੂ ਘਰ ਦੀ ਸਿੱਖੀ ਪ੍ਰਵਾਨ ਕੀਤੀ ਔਰ ਗੁਰੂ ਘਰ ਦੇ ਅੰਦਰ ਆ ਕੇ ਇੰਨੀ ਕੁ ਸੇਵਾ ਕੀਤੀ, ਇੰਨਾ ਕੁ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੇ ਨਾਲ ਉਹ ਪੱਕੇ ਤੌਰ ਤੇ ਜੁੜ ਗਏ। ਉਹਨਾਂ ਦੇ ਮਗਰ ਪਰਿਵਾਰਾਂ ਦੇ ਨਾਲ, ਉਹਨਾਂ ਦੀਆਂ ਮਗਰਲੀਆਂ ਪੀੜ੍ਹੀਆਂ ਦੇ ਨਾਲ ਜਿੰਨੀ ਵੀ ਸੰਗਤ ਜੁੜੀ ਸੀ ਉਹ ਆਪਣੇ ਆਪ ਗੁਰੂ ਘਰ ਦੀ ਉਪਾਸਕ ਹੋ ਗਈ। ਦੂਜੇ ਪਾਸੇ ਪੰਜਾਬ ਦੀ ਧਰਤੀ ਤੇ ਤਰਨਤਾਰਨ ਸਾਹਿਬ ਦੇ ਇਲਾਕੇ ਅੰਦਰ ਭਾਈ ਮੰਝ ਵਰਗੇ ਗੁਰੂ ਕੇ ਸਿੱਖ, ਜਿਹੜੇ ਬਹੁਤ ਵੱਡੇ ਸਖੀ ਸਰਵਰੀਆਂ ਦੇ ਪੁਜਾਰੀ, ਪੀੜ੍ਹੀ ਦਰ ਪੀੜ੍ਹੀ ਸਖੀ ਸਰਵਰ ਪੀਰ ਦੀ ਸੇਵਾ ਕਰਨ ਵਾਲੇ ਸੀ ਔਰ ਪੀਰ ਦੀ ਸੇਵਾ ਕਰਨ ਕਰਕੇ ਆਪਣੇ ਘਰਾਣਿਆਂ ਦੇ ਅੰਦਰ ਜਿਨ੍ਹਾਂ ਨੂੰ ਚੌਧਰੀਆਂ ਦੇ ਖਿਤਾਬ ਮਿਲੇ ਹੋਏ ਸੀ, ਜਦੋਂ ਉਹਨਾਂ ਨੇ ਆਪਣਾ ਸਾਰਾ ਘਰ-ਬਾਰ ਤਿਆਗ ਕੇ ਪੀਰ ਦੀ ਸੇਵਾ ਛੱਡ ਕੇ ਗੁਰੂ ਘਰ ਦੀ ਸੇਵਾ ਗ੍ਰਹਿਣ ਕਰ ਲਈ, ਉਹਨਾਂ ਦੇ ਮਨ ਦੀ, ਉਹਨਾਂ ਦੇ ਜੀਵਨ ਦੀ ਉੱਚੀ ਅਵਸਥਾ ਵੇਖ ਕੇ ਬਹੁਤ ਸਾਰੀ ਸਿੱਖ ਸੰਗਤ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੀ ਸਿੱਖੀ ਦਾ ਰੁਖ ਕੀਤਾ। ਸਖੀ ਸਰਵਰੀਆਂ ਨੇ ਜਦੋਂ ਇਹ ਗੱਲ ਵੇਖੀ ਕਿ ਸਾਡੇ ਮੁਰਸ਼ਦ, ਸਾਡੀ ਮੁਰੀਦੀ ਜਿਹੜੀ ਹੈ ਉਹ ਦਿਨੋਂ ਦਿਨ ਘਟਦੀ ਜਾ ਰਹੀ ਹੈ, ਇਹਨਾਂ ਨੇ ਵੀ ਉਸ ਵੇਲੇ ਤਸਵੀ ਮੁਸਲਮਾਨ ਅਹੁਦੇਦਾਰਾਂ ਨੂੰ ਜਾ ਕੇ ਪੁਕਾਰ ਕੀਤੀ ਵੀ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦੇ ਦਰ ਘਰ ਦੀ ਸਿੱਖੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ, ਜਿਵੇਂ ਕਿਵੇਂ ਹੋਵੇ ਇਹਨੂੰ ਰੋਕ ਕੇ ਮੁਸਲਮਾਨੀ ਮਤ ਦਾ ਪ੍ਰਚਾਰ ਵਧਾਇਆ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਇੱਕ ਕਾਰਨ ਇਹ ਵੀ ਬਣਿਆ।
ਫਿਰ ਸਾਧ ਸੰਗਤ ਜੀ ਪੰਜਾਬ ਦੀ ਧਰਤੀ ਤੋਂ ਵੀ ਮੁਸਲਮਾਨਾਂ ਨੇ ਸ਼ਿਕਾਇਤਾਂ ਕੀਤੀਆਂ। ਪੰਜਾਬ ਦੀ ਧਰਤੀ ਤੋਂ ਬਾਹਰ ਸ਼ੇਖ ਅਹਿਮਦ ਸਰਹੰਦੀ ਵਰਗੇ ਬੈਠੇ, ਉਹ ਵੀ ਬਾਦਸ਼ਾਹ ਦੇ ਲਗਾਤਾਰ ਕੰਨ ਭਰ ਰਹੇ ਸਨ। ਇੱਕ ਕਾਰਨ ਸਾਧ ਸੰਗਤ ਜੀ ਬ੍ਰਾਹਮਣਾਂ ਦੀ ਗੁਰੂ ਘਰ ਨਾਲ ਈਰਖਾ ਵੀ ਬਣੀ। ਤੀਸਰੇ ਪਾਤਸ਼ਾਹ ਜੀ ਦੇ ਸਮੇਂ ਤੋਂ ਬ੍ਰਾਹਮਣ ਮਤ ਨੇ, ਜਦੋਂ ਉਹਨਾਂ ਨੇ ਵੇਖਿਆ ਕਿ ਗੁਰੂ ਕੇ ਸਿੱਖਾਂ ਨੇ ਬ੍ਰਾਹਮਣਾਂ ਦੀ ਮਰਿਆਦਾ ਮੰਨਣੀ ਛੱਡ ਦਿੱਤੀ ਹੈ, ਵਰਤ ਰੱਖਣੇ ਛੱਡ ਦਿੱਤੇ, ਭਾਈ ਮਾਈ ਦਾਸ ਵੈਸ਼ਨੂ ਵਰਗੇ ਵੱਡੇ ਮਹਾਤਮਾ, ਜਿਹੜੇ ਬੜੇ ਵੱਡੇ ਬ੍ਰਤਧਾਰੀ ਮਹਾਤਮਾ ਸੀ, ਜਿਨ੍ਹਾਂ ਦੇ ਮਗਰ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਲੋਕ ਚੱਲਦੇ ਸੀ, ਉਹ ਵੀ ਗੁਰੂ ਘਰ ਦੇ ਵਿੱਚ ਇੱਕ ਵਾਰ ਆਏ ਤੇ ਆ ਕੇ ਗੁਰੂ ਘਰ ਦੇ ਪੱਕੇ ਉਪਾਸਕ ਹੋ ਗਏ। ਦੂਸਰੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾਤ ਪਾਤ ਨੂੰ ਖਤਮ ਕਰਕੇ ਅਖੌਤੀ ਜਾਤੀਵਾਦ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੂਰਨ ਤੌਰ ਤੇ ਸਿੱਖੀ ਦੇ ਅੰਦਰ ਪ੍ਰਤੀਬੰਧਿਤ ਕੀਤਾ। ਮਹਾਰਾਜ ਸਾਹਿਬ ਜੀ ਨੇ ਇਹ ਬਚਨ ਕੀਤਾ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਜਾਤ ਪਤ ਉਹੀ ਹੈ ਜਿਹੋ ਜੇ ਤੁਸੀਂ ਕਰਮ ਕਰੋਗੇ, ਸਰੀਰ ਕਰਕੇ ਕੋਈ ਕਿਸੇ ਦੀ ਜਾਤ ਨਹੀਂ। ਜਾਤ ਕਾ ਗਰਭ ਨਾ ਕਰਿਓ ਕੋਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਅਨੇਕਾਂ ਥਾਵਾਂ ਤੇ ਜਾਤੀਵਾਦ ਦਾ ਖੰਡਨ ਕੀਤਾ। ਬ੍ਰਾਹਮਣਾਂ ਨੂੰ ਇਹ ਗੱਲ ਹਜਮ ਨਹੀਂ ਹੁੰਦੀ, ਕਿਉਂਕਿ ਜਿਹੜਾ ਸਮਾਜ ਉਹਨਾਂ ਨੇ ਸਿਰਜਿਆ ਸੀ, ਉਹਦੇ ਅੰਦਰ ਉਹਨਾਂ ਦੀ ਰੋਜੀ ਰੋਟੀ ਤੋਂ ਲੈ ਕੇ ਉਹਨਾਂ ਦੇ ਅਹੁਦੇ, ਉਹਨਾਂ ਦਾ ਮਾਲ ਅਸਬਾਬ ਜਾਤੀਵਾਦ ਦੇ ਸਿਸਟਮ ਦੇ ਉੱਤੇ ਹੀ ਖਲੋਤਾ ਸੀ। ਜਦੋਂ ਸਾਧ ਸੰਗਤ ਜੀ ਜਾਤੀਵਾਦ ਸਮਾਜ ਦੇ ਵਿੱਚ ਘਟਣਾ ਸ਼ੁਰੂ ਹੋ ਗਿਆ, ਇਹਦੇ ਨਾਲ ਸੁਭਾਵਕ ਸੀ ਕਿ ਬ੍ਰਾਹਮਣਾਂ ਦਾ ਅਹੁਦਾ, ਉਹਨਾਂ ਦਾ ਮਾਣ ਸਤਿਕਾਰ, ਉਹਨਾਂ ਦੀ ਕਮਾਈ ਆਪਣੇ ਆਪ ਘਟਣੀ ਸ਼ੁਰੂ ਹੋ ਗਈ। ਇਸ ਗੱਲ ਨੂੰ ਲੈ ਕੇ ਈਰਖਾਵਾਦੀ ਬ੍ਰਾਹਮਣਾਂ ਨੇ ਵੀ ਗੁਰੂ ਘਰ ਪ੍ਰਤੀ ਸ਼ਾਹੀ ਦਰਬਾਰ ਦੇ ਅੰਦਰ ਚੁਗਲੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ। ਧੰਨ ਗੁਰੂ ਅਮਰਦਾਸ ਸਾਹਿਬ ਗਰੀਬ ਨਵਾਜ ਦੇ ਸਮੇਂ ਉਹਨਾਂ ਚੁਗਲੀ ਖਾਧੀ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਟਾਕਰਵੇਂ ਮੁਤਾਲਿਆ ਕਮਰੇ ਦੇ ਅੰਦਰ ਗਏ। ਅਕਬਰ ਬਾਦਸ਼ਾਹ ਨੇ ਇੱਕ ਆਪਣੇ ਮਹੱਲ ਦਾ ਖਾਸ ਹਿੱਸਾ ਬਣਾਇਆ, ਉਹਦਾ ਨਾਮ ਉਹਨੇ ਟਾਕਰਵਾਂ ਮੁਤਾਲਿਆ ਰੱਖਿਆ ਸੀ, ਜਿਹਨੂੰ ਆਪਾਂ ਅੰਗਰੇਜ਼ੀ 'ਚ ਕੰਪੈਰੀਟਿਵ ਸਟੱਡੀ ਕਹਿੰਦੇ ਆ। ਸਾਰੇ ਧਰਮਾਂ ਦੇ ਵੱਖਰੇ ਵੱਖਰੇ ਵਿਦਵਾਨਾਂ ਨੂੰ, ਸਾਰੇ ਧਰਮਾਂ ਦੇ ਵੱਖਰੇ ਵੱਖਰੇ ਗ੍ਰੰਥਾਂ ਨੂੰ ਉਹਨੇ ਉੱਥੇ ਇਕੱਠਿਆਂ ਕੀਤਾ। ਆਪ ਘੱਟ ਪੜ੍ਹਿਆ ਸੀ, ਵੱਡੇ ਵਿਦਵਾਨਾਂ ਨੂੰ ਕੋਲ ਬਿਠਾ ਕੇ ਉਹਨਾਂ ਦੇ ਮਤਾਂ ਮਤਾਂਤਰਾਂ ਦੇ ਗ੍ਰੰਥਾਂ ਨੂੰ ਸੁਣਿਆ ਕਰਦਾ ਸੀ। ਭਾਈ ਗੁਰਦਾਸ ਜੀ ਨੇ ਜਾ ਕੇ ਉੱਥੇ ਹਾਜ਼ਰੀ ਭਰੀ, ਬਾਦਸ਼ਾਹ ਦੇ ਸੱਦੇ ਤੋਂ ਉੱਥੇ ਜਾ ਕੇ ਮਿਲੇ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਔਰ ਭਾਈ ਗੁਰਦਾਸ ਜੀ, ਬਾਬਾ ਈਸ਼ਰਦਾਸ ਜੀ, ਇਹ ਸਾਰੇ ਸਿੱਖ ਉੱਥੇ ਗਏ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਛੋਟੇ ਭਰਾਤਾ ਬਾਬਾ ਈਸ਼ਰਦਾਸ ਜੀ ਔਰ ਸਤਿਗੁਰੂ ਜੀ ਦੇ ਭਤੀਜੇ ਭਾਈ ਗੁਰਦਾਸ ਸਾਹਿਬ ਜੀ ਔਰ ਗੁਰੂ ਰਾਮਦਾਸ ਸਾਹਿਬ ਜੀ, ਇਹਨਾਂ ਤਿੰਨਾਂ ਸਿੱਖਾਂ ਦਾ ਨਾਮ ਆਉਂਦਾ ਇਤਿਹਾਸ ਅੰਦਰ ਵੀ। ਇਹਨਾਂ ਤਿੰਨਾਂ ਨੇ ਜਾ ਕੇ ਅਕਬਰ ਬਾਦਸ਼ਾਹ ਦੀ ਕਚਹਿਰੀ ਅੰਦਰ ਗੁਰਸਿੱਖੀ ਦੇ ਸਿਧਾਂਤ ਦੀ ਵਕਾਲਤ ਕੀਤੀ ਹੈ। ਉੱਥੇ ਜਦੋਂ ਅਕਬਰ ਬਾਦਸ਼ਾਹ ਦੀ ਕਚਹਿਰੀ ਵਿੱਚ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰੋਂ ਭਗਤ ਸਾਹਿਬਾਨ ਦੀ ਬਾਣੀ ਅੰਦਰ ਅਵਲ ਅੱਲ੍ਹ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ ਵਰਗੇ ਸ਼ਬਦ ਪੜ੍ਹ ਕੇ ਸੁਣਾਏ। ਅਕਬਰ ਬਾਦਸ਼ਾਹ ਨੇ ਉਹਦੀ ਜਿਹੜੀ ਮਨ ਦੀ ਅਕੀਦਤ ਸੀ, ਉਹਦੀ ਸ਼ਰਧਾ ਸੀ, ਉਹਦੀ ਚੰਗਿਆਈ ਦੀ ਭਾਵਨਾ ਸੀ ਗੁਰੂ ਘਰ ਪ੍ਰਤੀ, ਉਹ ਹੋਰ ਆਪਦੇ ਮਨ ਵਿੱਚ ਪੱਕੀ ਕਰ ਲਈ। ਬ੍ਰਾਹਮਣ ਝੂਠੇ ਪਏ, ਪਰ ਇਹਨਾਂ ਦੀ ਈਰਖਾ ਘਟਣ ਦੀ ਬਜਾਏ ਸਗੋਂ ਵੱਧ ਗਈ। ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਜਦੋਂ ਸਤਿਗੁਰੂ ਜੀ ਨੇ ਇੱਥੇ ਸ੍ਰੀ ਅੰਮ੍ਰਿਤਸਰ ਸਰੋਵਰ ਤੀਰਥ ਰਚਿਆ ਔਰ ਸਤਿਗੁਰੂ ਨੇ ਇਹ ਬਚਨ ਕੀਤਾ ਕਿ 33 ਕਰੋੜ ਦੇਵੀ ਦੇਵਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਅੰਦਰ ਚਰਨ ਧੂੜ ਦੇ ਵਿੱਚ ਵਸਦਾ ਹੈ, ਔਰ ਜਿਤਨਾ ਵੀ 68 ਲੱਖ ਤੀਰਥ ਹੈ, ਉਹ ਸਾਰੇ ਦਾ ਸਾਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚਰਨਾਂ ਦੀ, ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਚਰਨਾਂ ਦੀ ਧੂੜ ਬਰਾਬਰ ਹੈ। ਸਤਿਗੁਰੂ ਨੇ ਸਿੱਖਾਂ ਅੰਦਰ ਇਹ ਬਚਨ ਕੀਤਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ, ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਪਰਿਕਰਮਾ ਅੰਦਰ ਇੱਕ ਕਦਮ ਦੇ ਅੰਦਰ 100 ਤੀਰਥ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਏਡਾ ਵੱਡਾ ਸਥਾਨ ਸਤਿਗੁਰੂ ਨੇ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਪ੍ਰਗਟ ਕੀਤਾ, ਬ੍ਰਾਹਮਣਾਂ ਨੇ ਜਿਨ੍ਹਾਂ ਨੂੰ ਯਾਤਰਾਵਾਂ ਤੇ ਜਾਣ ਵਾਸਤੇ ਜਾਂ ਯਾਤਰਾ ਜਾਣ ਵਾਸਤੇ, ਆਪਣੇ ਬਜ਼ੁਰਗਾਂ ਦੀ ਅਰਦਾਸ ਵਾਸਤੇ, ਬਜ਼ੁਰਗਾਂ ਦੇ ਚੰਗੇ ਵਾਸਤੇ ਵੱਡੇ ਦਾਨ ਪੁੰਨ ਮਿਲਦੇ ਸੀ, ਉਹਨਾਂ ਬ੍ਰਾਹਮਣਾਂ ਨੇ ਜਦੋਂ ਵੇਖਿਆ ਕਿ ਜਿਹੜੇ ਲੋਕ ਬਨਾਰਸ ਨਹੀਂ ਜਾ ਸਕਦੇ, ਜਿਹੜੇ ਪ੍ਰਯਾਗਰਾਜ ਨਹੀਂ ਸੀ ਜਾ ਸਕਦੇ,
ਉਹ ਇੱਥੇ ਆ ਕੇ ਸਾਨੂੰ ਭੇਟਾਵਾਂ ਦਿੰਦੇ ਸੀ ਵੀ ਸਾਡੀ ਇਹ ਅਰਦਾਸ ਕਰ ਦਿਓ ਵੀ ਸਾਡੀ ਪ੍ਰਯਾਗਰਾਜ ਹਾਜ਼ਰੀ ਲੱਗ ਜਾਏ। ਕੋਈ ਆ ਕੇ ਅਰਦਾਸ ਕਰਾਉਂਦਾ ਸੀ ਮੇਰੀ ਤ੍ਰਿਵੇਣੀ ਹਾਜ਼ਰੀ ਲੱਗ ਜਾਏ, ਕੋਈ ਕੇਦਾਰਨਾਥ ਦੀ ਅਰਦਾਸ ਕਰਾਉਂਦਾ ਸੀ। ਉਹ ਜਦੋਂ ਸਤਿਗੁਰੂ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਪ੍ਰਗਟ ਕੀਤਾ, ਇੱਥੇ ਕੋਹੜੇ ਰਾਜੀ ਹੋਣ ਲੱਗ ਪਏ, ਇੱਥੇ ਸਾਧ ਸੰਗਤ ਜੀ ਕਾਂ ਹੰਸ ਬਣਨ ਲੱਗ ਪਏ। ਬ੍ਰਾਹਮਣਾਂ ਤੋਂ ਇਹ ਸਤਿਗੁਰੂ ਦੇ ਤੀਰਥ ਦਾ, ਗੁਰੂ ਘਰ ਦਾ ਤੇਜ ਪ੍ਰਤਾਪ ਝੱਲਿਆ ਨਾ ਗਿਆ। ਉਹਨਾਂ ਨੇ ਆਪਣੇ ਵਿਰੋਧ ਦੀ ਲਹਿਰ ਤੇਜ਼ ਕੀਤੀ, ਸ਼ਾਹੀ ਦਰਬਾਰ ਤੱਕ ਹਰ ਤਰੀਕੇ ਪਹੁੰਚ ਕੀਤੀ। ਮਹੇਸ਼ ਦਾਸ ਬੀਰਬਲ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਖਿਲਾਫ ਸ਼ਾਹੀ ਦਰਬਾਰ ਨੂੰ ਭੜਕਾਉਣਾ ਆਰੰਭ ਕੀਤਾ। ਜਦੋਂ ਬਾਦਸ਼ਾਹ ਜਹਾਂਗੀਰ ਦਾ ਸਮਾਂ ਆਇਆ, ਉਸ ਵੇਲੇ ਹਿੰਦੂਆਂ ਨੂੰ ਸਪੇਸ ਮਿਲੀ, ਉਹਨਾਂ ਨੂੰ ਜਗ੍ਹਾ ਮਿਲੀ ਆਪਣੀ ਗੱਲ ਕਰਨ ਦੀ। ਉਹ ਜਿੰਨਾ ਵਿਰੋਧ ਗੁਰੂ ਘਰ ਦਾ ਕਰ ਸਕਦੇ ਸੀ, ਜਿੰਨੀਆਂ ਝੂਠੀਆਂ ਤੋਹਮਤਾਂ ਲਾ ਸਕਦੇ ਸੀ, ਲਾ ਕੇ ਉਹਨਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਬਾਰੇ ਬਾਦਸ਼ਾਹ ਨੂੰ ਭੜਕਾਇਆ। ਇਹ ਸਾਰੇ ਕਾਰਨ ਬਣੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦੇ। ਜਹਾਂਗੀਰ ਬਾਦਸ਼ਾਹ ਨੇ ਸਾਧ ਸੰਗਤ ਜੀ ਸਤਿਗੁਰੂ ਗਰੀਬ ਨਵਾਜ ਦੇ ਨਾਲ, ਗੁਰੂ ਘਰ ਦੇ ਨਾਲ ਵੈਰ ਕੱਢਣ ਵਾਸਤੇ ਸਤਿਗੁਰੂ ਜੀ ਦੀ ਗ੍ਰਿਫਤਾਰੀ ਦੇ ਹੁਕਮ ਕੀਤੇ। ਔਰ ਹੁਕਮ ਇਹ ਕੀਤਾ ਵੀ ਯਾਸਾਵਾ ਸਿਆਸਤ ਦਾ ਇੱਕ ਕਾਨੂੰਨ ਹੁੰਦਾ ਸੀ ਉਸ ਵੇਲੇ। ਯਾਸਾਵਾ ਸਿਆਸਤ ਦਾ ਕਾਨੂੰਨ ਇਹ ਹੁੰਦਾ ਸੀ ਵੀ ਜਿਸ ਕਾਨੂੰਨ ਦੇ ਮੁਤਾਬਕ ਬਾਗੀ ਆਦਮੀ ਨੂੰ ਸਜ਼ਾ ਇਸ ਤਰ੍ਹਾਂ ਦੀ ਦਿੱਤੀ ਜਾਏ ਵੀ ਉਹਦੇ ਸਰੀਰ ਦੇ ਵਿੱਚੋਂ ਇੱਕ ਵੀ ਕਤਰਾ ਖੂਨ ਦਾ ਉਹ ਸਰੀਰ ਤੋਂ ਬਾਹਰ ਨਹੀਂ ਆਉਣਾ ਚਾਹੀਦਾ। ਇਸ ਤਰ੍ਹਾਂ ਦੀਆਂ ਸਜ਼ਾਵਾਂ ਦਿੱਤੀਆਂ ਜਾਣ। ਸਰੀਰ ਨੂੰ ਦੁੱਖ ਇਹੋ ਜਿਹੇ ਦਿੱਤੇ ਜਾਣ ਵੀ ਉਹ ਮੌਤ ਮੰਗੇ, ਪਰ ਉਹਦੀ ਮੌਤ ਹੋਣ ਤੱਕ ਉਹਦੇ ਸਰੀਰ ਦੇ ਵਿੱਚੋਂ ਇੱਕ ਵੀ ਕਤਰਾ ਖੂਨ ਨਹੀਂ ਡੁੱਲਣਾ ਚਾਹੀਦਾ। ਇਹਦੇ ਮਗਰ ਵੀ ਉਹਨਾਂ ਨੇ ਇਹ ਭਾਵਨਾ ਲਿਖੀ ਹੈ ਵੀ ਜਿੱਥੇ ਬਾਗੀ ਦਾ ਖੂਨ ਡੁੱਲਦਾ ਉੱਥੇ ਬਗਾਵਤ ਪੈਦਾ ਹੋ ਜਾਂਦੀ। ਇਸ ਕਰਕੇ ਬਾਗੀਆਂ ਦਾ ਖੂਨ ਧਰਤੀ ਦੇ ਉੱਤੇ ਨਹੀਂ ਡੁੱਲਣਾ ਚਾਹੀਦਾ। ਜਿੱਥੇ ਸ਼ਹੀਦ ਦਾ ਖੂਨ ਡੁੱਲਦਾ ਉੱਥੇ ਹੋਰ ਹਜ਼ਾਰਾਂ ਸ਼ਹੀਦ ਪੈਦਾ ਹੋ ਜਾਂਦੇ ਐ। ਇਸ ਕਰਕੇ ਸ਼ਹੀਦ ਕਮਾਉਣ ਵਾਲੇ ਦਾ, ਕਿਸੇ ਵੀ ਧਰਮ ਦੇ ਪੂਜਨੀਕ ਆਦਮੀ ਦਾ ਖੂਨ ਉੱਥੇ ਡੁੱਲਣਾ ਨਹੀਂ ਚਾਹੀਦਾ। ਦੂਸਰਾ ਕਾਰਨ ਉਹ ਸ਼ਰ੍ਹਾ ਮੁਤਾਬਕ ਇਹ ਦੱਸਦੇ ਸੀ ਵੀ ਜਿੱਥੇ ਕਿਸੇ ਵੀ ਅਪਵਿੱਤਰ ਆਦਮੀ ਦਾ ਖੂਨ ਡੁੱਲ ਜਾਏ ਨਾ, ਉਹਦੀ ਰੂਹ ਜਿਹੜੀ ਉਹ ਫਿਰ ਉੱਥੇ ਹੀ ਰਹਿੰਦੀ ਹੈ, ਉਹਦੀ ਰੂਹ ਕਾਤਲਾਂ ਨੂੰ ਮਾਫ ਨਹੀਂ ਕਰਦੀ। ਇਸ ਕਰਕੇ ਖੂਨ ਨਹੀਂ ਡੁੱਲਣ ਦੇਣਾ। ਸਰੀਰ ਨੂੰ ਹੋਰ ਜੈਸੀ ਵੀ ਸਜ਼ਾ ਦਿੱਤੀ ਜਾ ਸਕਦੀ ਦੇ ਕੇ ਤੇ ਸਰੀਰ ਖਤਮ ਕੀਤਾ ਜਾਏ। ਯਾਸਾਵਾ ਸਿਆਸਤ ਦੇ ਕਾਨੂੰਨ ਦੇ ਮੁਤਾਬਕ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੁਰਤਜ਼ਾ ਖਾਨ ਨੇ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੀਰ ਨੂੰ ਜੋ ਤਸੀਹੇ ਦਿੱਤੇ ਗਏ ਉਹ ਇਤਿਹਾਸ ਆਪ ਜੀ ਜਾਣਦੇ ਹੋ। ਸਤਿਗੁਰੂ ਗਰੀਬ ਨਵਾਜ ਜੀ ਨੇ ਉਹਨਾਂ ਦੀ ਜੇਲ੍ਹ ਵਿੱਚ ਜਾ ਕੇ, ਕਾਰਾਗ੍ਰਹਿ ਅੰਦਰ ਜਾ ਕੇ, ਅੰਨ ਪਾਣੀ ਤਾਂ ਮਹਾਰਾਜ ਨੇ ਕਿਆ ਹੀ ਛਕਣਾ ਸੀ ਪਾਪੀਆਂ ਦੇ ਘਰ ਦਾ। ਔਰ ਉਹਨਾਂ ਨੇ ਇਹ ਕਿਹਾ ਵੀ ਵੱਧ ਤੋਂ ਵੱਧ ਸਮਾਂ ਇਹਨਾਂ ਨੂੰ ਭੁੱਖਿਆਂ ਰੱਖਿਆ ਜਾਏ। ਭੁੱਖਿਆਂ ਰੱਖ ਕੇ ਇਹਨਾਂ ਦੇ ਸਰੀਰ ਨੂੰ ਜਿੰਨੇ ਕਸ਼ਟ ਦਿੱਤੇ ਜਾ ਸਕਦੇ ਦਿੱਤੇ ਜਾਣ। ਗਰੀਬ ਨਵਾਜ ਸਤਿਗੁਰੂ ਜੀ ਨੂੰ ਤੱਤੀ ਤਵੀ ਦੇ ਉੱਤੇ ਵੀ ਬਿਰਾਜਮਾਨ ਕੀਤਾ ਗਿਆ। ਸਤਿਗੁਰੂ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ। ਸੀਸ ਉੱਪਰ ਸਤਿਗੁਰੂ ਜੀ ਦੇ ਗਰਮ ਰੇਤਾ ਪਾਇਆ ਗਿਆ। ਕਦੇ ਮਨ ਵਿੱਚ ਸਵਾਲ ਕਰਿਆ ਕਰੋ, ਇਤਿਹਾਸ ਦੀ ਪੜਚੋਲ ਕਰਨੀ ਸਾਡਾ ਫਰਜ਼ ਹੈ। ਅਸੀਂ ਇਹ ਸਾਖੀਆਂ ਸੁਣਦੇ ਆਂ, ਕਦੀ ਕਿਸੇ ਸਿੱਖ ਨੇ ਆ ਕੇ ਇਹ ਸਵਾਲ ਕੀਤਾ ਹੋਵੇ ਵੀ ਇਹ ਗੱਲਾਂ ਜਿਹੜੀਆਂ ਸਾਡੇ ਤੱਕ ਆਈਆਂ ਨੇ, ਕੈਦ ਮੁਸਲਮਾਨਾਂ ਦੀ ਹੈ, ਮੁਸਲਮਾਨ ਸਜ਼ਾਵਾਂ ਦੇ ਰਹੇ ਨੇ, ਸਤਿਗੁਰੂ ਜੀ ਨੂੰ ਸਜ਼ਾ ਦੇ ਰਹੇ ਆ। ਕਾਤਲ ਤੇ ਮਕਤੂਲ ਦੋਵੇਂ ਪੱਖ ਜਿਹੜੇ ਨੇ ਉਹ ਸਾਡੀ ਪਹੁੰਚ ਤੋਂ ਦੂਰ ਨੇ। ਸਤਿਗੁਰੂ ਜੀ ਸ਼ਹੀਦ ਹੋ ਜਾਂਦੇ ਐ ਔਰ ਮਕਤੂਲ ਪੱਖ ਜਿਹੜਾ ਉਹ ਕਦੀ ਸੱਚ ਲਿਖਦਾ ਨਹੀਂ। ਫਿਰ ਸਾਨੂੰ ਇਹ ਜੋ ਦੱਸਿਆ ਜਾ ਰਿਹਾ ਵੀ ਮਹਾਰਾਜ ਸਾਹਿਬ ਨੂੰ ਤੱਤੀ ਤਵੀ ਤੇ ਬਿਰਾਜਮਾਨ ਕੀਤਾ ਗਿਆ, ਸਤਿਗੁਰੂ ਜੀ ਦੇ ਸੀਸ ਉੱਪਰ ਰੇਤਾ ਪਾਇਆ ਗਿਆ, ਇਹ ਕਥਾ ਕਿੱਥੋਂ ਚੱਲੀ ਤੇ ਕਿਵੇਂ ਸਾਡੇ ਤੱਕ ਪਹੁੰਚੀ ਹੈ? ਇਹ ਗੱਲਾਂ ਨੂੰ ਸੱਚ ਕਿਵੇਂ ਮੰਨਿਆ ਜਾਏ? ਇਹ ਸਵਾਲ ਹੋਣਾ ਚਾਹੀਦਾ। ਜਿੰਨਾ ਚਿਰ ਸਵਾਲ ਹੁੰਦੇ ਰਹਿਣਗੇ ਉਹਨਾਂ ਚਿਰ ਸਾਧ ਸੰਗਤ ਜੀ ਤੁਹਾਡੀ ਜਾਗਰਤੀ, ਤੁਹਾਡੀ ਚੇਤਨਾ ਜਿਹੜੀ ਹੈ ਉਹਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਰੱਖਣਗੇ। ਕਵੀ ਸੰਤ ਸਿੰਘ ਪਾਰਸੂਨਾ ਨੇ ਇਹ ਬਚਨ ਲਿਖਿਆ ਵੀ ਉਸ ਕੌਮ ਦਾ ਪਾਰਸਾ ਰੱਬ ਰਾਖਾ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਏ। ਅਸੀਂ ਲਗਭਗ ਲਾਈ ਲੱਗ ਹੋ ਗਏ ਆ। ਜਿਵੇਂ ਦਾ ਕੋਈ ਸੁਣਾ ਗਿਆ ਉਸੇ ਨੂੰ ਸੱਚ ਮੰਨ ਲਿਆ। ਇਹ ਸਿਆਣਪ ਨਹੀਂ ਹੁੰਦੀ ਸੰਗਤ ਜੀ। ਸਵਾਲ ਕਰਨੇ ਚਾਹੀਦੇ ਆ। ਸਵਾਲ ਇਹ ਹੋਵੇ ਵੀ ਪਤਾ ਕਿੱਥੋਂ ਲੱਗਦਾ ਵੀ ਮਹਾਰਾਜ ਸਾਹਿਬ ਜੀ ਨੂੰ ਕਿਹੜੇ ਕਿਹੜੇ ਤਸੀਹੇ ਦਿੱਤੇ ਗਏ, ਸਤਿਗੁਰੂ ਨੂੰ ਸ਼ਹੀਦ ਕਿਵੇਂ ਕੀਤਾ ਗਿਆ।
सतगुरु श्री गुरु हरकृष्ण साहब सच्चे पातशाह जी दे दीवान होए है भाई साहब भाई धर्मचंद जी, जेड़े सतगुरु गुरु हरकृष्ण साहब जी दे सारे राज दरबार दा लेखा जोखा रखिया करते सी। सारी लिखत इतिहास दी वो करया करते सी, की वापरिया कदों वापरिया, किहड़े सिख ने आके कदों किहड़ा वचन सुनाया, ये सारा इतिहास भाई धर्मचंद जी महाराज साहब जी की हजूरी रह के लिखिया करते सी। भाई धर्मचंद जी दे दोहतरे होए अमर शहीद भाई साहब भाई मती दास जी, जिन्होंने आरे नाल चीरिया गया। भाई मती दास जी दे दोहतरे होए है भाई साहब भाई केसर सिंह जी छिब्बर, जिन्हों ने बंसावली नामा लिखिया। भाई केसर सिंह छिब्बर ने अपनी 6 पीढ़ियां दी गुरु घर की गवाही दे नाले वचन लिखे है, जेड़े आपां इतिहास विच पढ़दे सुनदे आ। ये इन्नी मेहनत एक एक सिख दी इतिहास नूं संभालण विच लगी है। 6 पीढ़ियां ने इतिहास संभाल के रखिया ते 6वीं पीढ़ी ने आके पंथ विच प्रगट किया। भाई केसर सिंह जी ने इन्हां सारियां सजावां दा जिक्र किया भी सतगुरु सच्चे पातशाह जी नूं बेअंत प्रकार के तसीहे जालमां ने दिते। और अज दे दिन संमत 1663 बिक्रमी नूं जेठ सुदी चौथ नूं उस वेले 25 मई बनदी सी। गरीब नवाज सतगुरु सच्चे पातशाह जी ने लाहौर शहर अंदर रावी दरिया के किनारे के उत्ते सूरज किरण मिले जल का जल हुआ राम, ज्योति जोत रली संपूर्ण थिया राम। सतगुरु सच्चे पातशाह जी ने अज दे दिन जामे शहादत ग्रहण किया, शहीदी दिती है। उस शहीदी दे मगर सतगुरु जी का मुख मंतव गरीब नवाज सतगुरु जी ने समाज दे विच एकता का पहरा, सारी खलकत नूं इको बराबर महाराज सच्चे पातशाह जी ने हक देण वास्ते, समाजिक और धार्मिक हकों की आज़ादी वास्ते गरीब नवाज सतगुरु जी ने शहादत दी। सतगुरु सच्चे पातशाह जी नूं शहादत नूं नमस्कारां करदे आं। गरीब नवाज सतगुरु जी की शहादत नूं शरधा दे फुल भेट करदे आं। सतगुरु सच्चे पातशाह दे चरणां विच अरदास करिए, महाराज जिस भावना नूं, जिस सतगुरु सच्चे पातशाह मंतव नूं मुख रख के आप जी ने शहादत दी है, सतगुरु किरपा करियो महाराज सच्चे पातशाह आप जी दे चरणां दी किसे सिक्खी दा कोई एक छोटे तो छोटा किनका, आप जी दी सिक्खी दा कोई एक किनका, शरधा दा भावना दा कोई एक किनका महाराज साहब सानू प्राप्त हो जाए। सतगुरु सच्चे पातशाह साडा जीवन सफल हो जाए। गरीब नवाज सतगुरु जी ने शहीदी दिती। 6वें पातशाह जी गुरता गद्दी दे उत्ते विराजमान होए। गरीब नवाज सतगुरु जी ने गुरता गद्दी दे उत्ते विराजमान हो के सिखां नूं एक नवां राह, एक नवां जीवन ढंग, एक नवीं जीवन शैली सतगुरु ने प्रदान की। सतगुरु ने अपने सिखां नूं शस्त्रधारी बनाया। बाबे क्यां दी ते बाबर क्यां दी 6वें स्वरूप के अंदर जाके फिर पहली टक्कर जो विचार नाल होई, वो सतगुरु ने तलवार नाल टक्कर दिती। 6वें स्वरूप के अंदर सतगुरु सच्चे पातशाह जी ने शस्त्रधारी आप हो के अपने सिखां नूं शस्त्रधारी बना के राज का संकल्प सतगुरु ने सानू बख्शिश किया। और सतगुरु जी ने श्री अकाल तख्त साहब की सिरजना करके खालसे नूं खुद मुख्तियारी दी है। जिस मंतव नूं लैके धन गुरु अर्जन देव साहब जी ने शहादत दी कि सारे लोगों नूं उन्हां दे जीवन जिउण अंदर उन्हां दे समाजिक और राजसी हक, उन्हां दे धार्मिक हक एक बरोबर मिलन, वो हक दिवाउण वास्ते सतगुरु गुरु हरगोबिंद साहब गरीब नवाज जी ने किरपा करके महाराज साहब ने तख्त साहब की रचना करके उच्चा एक स्नेहा दिता कि जिहदे कोल सत्ता होएगी ओदा धर्म बचिया रहेगा, जिहदे कोल जोर होएगा, जिहदे कोल राज होएगा ओदा धर्म सुरक्षित रहेगा। राज बिना नह धर्म चलै है, धर्म बिना सब दलै मलै है। सतगुरु सच्चे पातशाह जी ने राज का संकल्प 6वें पातशाह जी ने सानू बख्शिश किया। गरीब नवाज सतगुरु किरपा करन, जिन्नी संगत ने सतगुरु जी के शहीदी दिहाड़े मनाउंदियां हाजरी भरी है, सतगुरु गुरु ग्रंथ साहब सच्चे पातशाह सब सिखां नूं नामदान गुरसिੱਖੀ जीवन बख्शिश करन। सारी संगत का बहुत बहुत धन्नवाद है। और संगत जी सतगुरु गुरु ग्रंथ साहब जी के चरनां विच अरदास बेनती करिए, सतगुरु जिहड़ा राज का संकल्प तुसां सानू बख्शिश कीता सी, वो राज का संकल्प अज भी साडे वास्ते महाराज जीवन दे विच कौमी जीवन के अंदर संघर्ष का विषा है। अज साडी कौम बहुत वड्डे संघर्ष के विचों लंघ रही है। सरीरक तौर पर जिथे साध संगत जी सानू नखेड़िया जा रहा है,
ਸਰੀਰਕ ਤੌਰ ਦੇ ਉੱਤੇ ਵੀ ਸਾਡੀ ਪੂਰੀ ਦੀ ਪੂਰੀ ਪੀੜ੍ਹੀ ਉੱਤੇ ਹਮਲਾ ਕੀਤਾ ਗਿਆ। ਸਮਾਜਿਕ ਤੌਰ ਦੇ ਉੱਤੇ ਸਾਡੀ ਕੌਮ ਨੂੰ ਕਮਜ਼ੋਰ ਕਰਨ ਦਾ ਹਰ ਇੱਕ ਯਤਨ ਕੀਤਾ ਜਾ ਰਿਹਾ ਹੈ। ਮਾਨਸਿਕ ਤੌਰ ਦੇ ਉੱਤੇ ਸਾਡੀ ਕੌਮ ਉੱਤੇ ਹਮਲੇ ਹੋ ਰਹੇ ਹੈ। ਸਮਾਜਿਕ ਤੌਰ ਦੇ ਉੱਤੇ ਸਾਡੀ ਇਹ ਧਰਤੀ, ਪੰਜਾਬ ਦੀ ਧਰਤੀ, ਇਹਨੂੰ ਸਿੱਖਾਂ ਤੋਂ ਵਾਂਝੀ ਕਰਨ ਵਾਸਤੇ ਹਰ ਇੱਕ ਤਰ੍ਹਾਂ ਦਾ ਯਤਨ ਕੀਤਾ ਜਾ ਰਿਹਾ ਹੈ। ਸਾਡੇ ਨੌਜਵਾਨਾਂ ਨੂੰ ਇਸ ਦੇਸ਼ ਤੋਂ ਵਿਦੇਸ਼ੀ ਬਣਾਇਆ ਜਾ ਰਿਹਾ ਹੈ। ਵਿਦੇਸ਼ਾਂ ਵਿੱਚ ਭੇਜਣ ਵਾਸਤੇ ਸਾਡੀ ਅਗਲੀ ਪੀੜ੍ਹੀ ਨੂੰ ਮਜਬੂਰ ਕੀਤਾ ਗਿਆ। ਅਸੀਂ ਆਪਣੇ ਘਰਾਂ ਘਾਟਾਂ ਵਾਲੇ ਜ਼ਮੀਨਾਂ ਵਾਲੇ ਹੋ ਕੇ ਮਜਬੂਰੀ ਵਸ ਆਪਣੀਆਂ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਵਿੱਚ ਜਾ ਕੇ ਗੁਲਾਮੀ ਦੀਆਂ ਜੰਜੀਰਾਂ ਆਪਣੇ ਗਲ ਪਾ ਰਹੇ ਹਾਂ। ਸਤਿਗੁਰੂ ਸਾਨੂੰ ਇਸ ਗੁਲਾਮੀ ਤੋਂ ਆਜ਼ਾਦ ਕਰਾਉਣ। ਦੂਸਰੇ ਪਾਸੇ ਸਾਧ ਸੰਗਤ ਜੀ, ਸਾਨੂੰ ਮਾਨਸਿਕ ਤੌਰ ਤੇ ਗੁਲਾਮ ਬਣਾਉਣ ਵਾਸਤੇ ਪੰਜਾਬ ਦੀ ਧਰਤੀ ਉੱਤੇ ਸਰਕਾਰਾਂ ਦੇ ਵੱਲੋਂ ਹਰ ਤਰੀਕੇ ਦਾ ਜੋ ਯਤਨ ਕੀਤਾ ਜਾ ਸਕੇ ਕੌਮ ਨੂੰ ਕਮਜ਼ੋਰ ਕਰਨ ਵਾਸਤੇ, ਉਹ ਕੀਤਾ ਜਾ ਰਿਹਾ ਹੈ। ਹਰ ਰੋਜ਼ ਸਾਧ ਸੰਗਤ ਜੀ, ਇਸ ਪੰਜਾਬ ਦੀ ਪਵਿੱਤਰ ਧਰਤੀ ਦੇ ਉੱਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਹੋ ਰਹੀਆਂ ਨੇ। ਹੁਣ ਤੱਕ ਪੰਜਾਬ ਦੀ ਧਰਤੀ ਦੇ ਉੱਤੇ ਲਗਭਗ 1000 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਚੁੱਕੀ ਹੈ। ਕਿਸੇ ਸਰਕਾਰ ਨੇ, ਰਾਜ ਦੀ ਸਰਕਾਰ ਨੇ, ਕੇਂਦਰ ਦੀ ਸਰਕਾਰ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਦੇ ਮਾਮਲੇ ਨੂੰ ਬਿਲਕੁਲ ਸੰਜੀਦਗੀ ਨਾਲ ਨਹੀਂ ਲਿਆ। ਔਰ ਜੇ ਅਸੀਂ ਇਹਨਾਂ ਗੱਲਾਂ ਤੋਂ ਤੰਗ ਹੋ ਕੇ ਆਪਣੀ ਖੁਦ ਮੁਖਤਿਆਰੀ ਦੀ ਗੱਲ ਕਰਦੇ ਹਾਂ, ਜੇ ਅਸੀਂ ਆਪਣੇ ਧਰਮ ਨੂੰ ਬਚਾਉਣ ਵਾਸਤੇ ਆਪਣੇ ਰਾਜ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਅੱਤਵਾਦੀ ਤੇ ਵੱਖਵਾਦੀ ਦੇ ਖਿਤਾਬ ਦਿੱਤੇ ਜਾਂਦੇ ਨੇ। ਸਾਨੂੰ ਵੱਖਵਾਦੀ ਤੇ ਅੱਤਵਾਦੀ ਗਰਦਾਨਿਆ ਜਾਂਦਾ ਹੈ। ਸਾਡੀ ਇੱਕੋ ਇੱਕ ਓਟ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ। ਦੁਨੀਆ ਦੇ ਕਿਸੇ ਮਨੁੱਖ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ। ਕਿਸੇ ਮੁੱਖ ਮੰਤਰੀ ਦੀ, ਕਿਸੇ ਗ੍ਰਹਿ ਮੰਤਰੀ ਦੀ, ਕਿਸੇ ਪ੍ਰਧਾਨ ਮੰਤਰੀ ਦੀ ਕੋਈ ਔਕਾਤ ਨਹੀਂ ਕਿ ਸਾਨੂੰ ਕੋਈ ਰਾਜ ਦੇਵੇ। ਰਾਜ ਸਾਨੂੰ ਸਾਡੇ ਸਤਿਗੁਰੂ ਨੇ ਦੇਣਾ ਹੈ। ਸਤਿਗੁਰੂ ਨੇ ਆਪਣੇ ਖਾਲਸੇ ਨੂੰ ਸਾਰੀ ਸ੍ਰਿਸ਼ਟੀ ਦੀ ਬਾਦਸ਼ਾਹੀ ਦੇਣੀ ਹੈ। ਪਰ ਕੌਮੀ ਰਾਜ ਦੇ ਸੰਕਲਪ ਵਾਸਤੇ ਸੰਘਰਸ਼ਸ਼ੀਲ ਰਹਿਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਕੌਮੀ ਰਾਜ ਦੀ ਸ਼ੁਰੂਆਤ ਆਪਣੇ ਘਰਾਂ ਵਿੱਚੋਂ ਹੋਣੀ ਹੈ ਸੰਗਤ ਜੀ। ਜੇ ਅਸੀਂ ਰਾਜ ਕਰਨਾ ਹੈ, ਆਪਣੇ ਘਰਾਂ ਵਿੱਚ ਸਿੱਖੀ ਦਾ ਪ੍ਰਚਾਰ ਕਰੀਏ। ਮੈਂ ਕੱਲ ਇੱਥੇ ਵੇਖਿਆ ਇੱਕ ਬੱਚਾ ਸਾਡੇ ਆਪਣੇ ਪੰਜਾਬ ਦੇ ਘਰਾਂ ਵਿੱਚੋਂ, ਪੰਜਾਬੀ ਸਿੱਖਾਂ ਦੇ ਘਰਾਂ ਵਿੱਚੋਂ ਹੈ, ਉਹ ਹਿੰਦੀ ਬੋਲਦਾ। ਹਿੰਦੀ ਤੋਂ ਇਲਾਵਾ ਉਹਨੂੰ ਭਾਸ਼ਾ ਆਉਂਦੀ ਨਹੀਂ। ਉਹ ਰੋਟੀ ਪਾਣੀ ਖਾਣ ਪੀਣ ਜਿੰਨੀ ਵੀ ਗੱਲ ਕਰਦਾ ਹਿੰਦੀ ਵਿੱਚ ਕਰਦਾ। ਤੇ ਮੈਨੂੰ ਇਹ ਵੇਖ ਕੇ ਬੜਾ ਦੁੱਖ ਹੁੰਦਾ ਹੈ ਸੰਗਤ ਜੀ, ਜਿਹੜੇ ਅੱਜ ਬੱਚੇ ਨੇ ਉਹਨਾਂ ਨੇ ਕੱਲ ਨੂੰ ਮਾਂ ਪਿਓ ਬਣਨਾ ਹੈ। ਜੇ ਪੰਜਾਬ ਦੇ ਜੰਮੇ ਅੱਜ ਆਪਣੀ ਭਾਸ਼ਾ ਭੁੱਲ ਗਏ, ਕੱਲ ਨੂੰ ਅਗਲੀ ਪੀੜ੍ਹੀ ਨੂੰ ਉਹ ਆਪਣੀ ਭਾਸ਼ਾ ਹਿੰਦੀ ਦੇ ਕੇ ਜਾਣਗੇ। ਜੇ ਪੰਜਾਬ ਵਿੱਚੋਂ ਪੰਜਾਬੀ ਖਤਮ ਹੋ ਗਈ, ਪੰਜਾਬੀ ਵਿੱਚ ਲਿਖੇ ਹੋਏ, ਗੁਰਮੁਖੀ ਵਿੱਚ ਲਿਖੇ ਹੋਏ ਗੁਰਮਤਿ ਸਾਹਿਤ ਨੂੰ, ਗੁਰਬਾਣੀ ਨੂੰ ਫਿਰ ਕੌਣ ਪੜ੍ਹੇਗਾ ਤੇ ਕੌਣ ਜਾਣੇਗਾ? ਇਹ ਸਾਡੇ ਉੱਤੇ ਬਹੁਤ ਵੱਡਾ ਇੱਕ ਮਾਨਸਿਕ ਹਮਲਾ ਹੈ। ਆਪਣੇ ਬੱਚਿਆਂ ਨੂੰ ਆਪਣੀ ਭਾਸ਼ਾ ਦੇ ਨਾਲ ਜੋੜ ਕੇ ਰੱਖਣਾ, ਆਪਣੇ ਇਤਿਹਾਸ ਨਾਲ ਜੋੜ ਕੇ ਰੱਖਣਾ ਸਾਡਾ ਆਪਣਾ ਮੁੱਢਲਾ ਫਰਜ਼ ਹੈ। ਆਪਣੇ ਘਰਾਂ ਦੇ ਵਿੱਚ ਗੁਰਮਤਿ ਦੀਆਂ, ਗੁਰਮਤਿ ਸਾਹਿਤ ਦੀਆਂ, ਇਤਿਹਾਸ ਦੀਆਂ ਪੋਥੀਆਂ ਰੱਖੋ। ਆਪਣੇ ਬੱਚਿਆਂ ਨੂੰ ABC ਤੋਂ ਪਹਿਲਾਂ ਊੜਾ ਐੜਾ ਕੰਠ ਕਰਵਾਓ, ਤਾਂ ਕਿ ਸਾਡਾ ਇਤਿਹਾਸ, ਸਾਡਾ ਸਾਹਿਤ, ਸਾਡਾ ਕੌਮੀ ਰਾਜ ਦਾ ਸੰਕਲਪ, ਸਾਡਾ ਕੌਮੀ ਰਾਜ ਦੇ ਸੰਕਲਪ ਦਾ ਸੰਘਰਸ਼ ਇਸੇ ਤਰ੍ਹਾਂ ਜਿੰਦਾ ਰਵੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਰੀ ਸੰਗਤ ਨੂੰ ਆਪਣੇ ਚਰਨਾਂ ਦੀ ਪ੍ਰੇਮ ਭਰੋਸੇ ਦੀ ਦਾਤ ਬਖਸ਼ਿਸ਼ ਕਰਨ। ਦਾਸ ਪਾਸੋਂ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਗੁਰਮਤਿ ਇਤਿਹਾਸ ਵਿਚਾਰ ਕਰਦੇ ਆਂ। ਬਹੁਤ ਤਰ੍ਹਾਂ ਦੀਆਂ ਭੁੱਲਾਂ ਹੋਈਆਂ ਹੋਣਗੀਆਂ। ਆਪ ਸੰਗਤ ਨੇ ਵਿਦਿਆਰਥੀ ਜਾਣ ਕੇ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ਣੀ, ਅਗਾਂਹ ਤੋਂ ਸਮਤ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਹੋਈ ਭੁੱਲ ਚੁੱਕ ਦੀ ਖਿਮਾ, ਲੇਖੈ ਕਤ ਹੈ ਨਾ ਛੁਟਿਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।